कहते ने शौक का कोई मुल नहीं हुंदा। शौक क्योंकि तुहाडी मेहनत मंगदा है, पैसा भी मंगदा, ते तुहाडा जिहड़ा सर्कल भी बड़ा मंगदा है, जिस कारण तुहानूं अपना जिहड़ा शौक है वो अपनी लाइफ नाल निभाउणा सौखा हो जांदा है। एक शौक नूं अपने नाल नाल लैके चल रहे ने सीनियर पत्रकार केवल सिंह राणा, जिन्हां नूं सिक्के ते ਵੱਖ-ਵੱਖ देशां ਦੀਆਂ ਕਰੰਸੀਆਂ ਇਕੱਠੀਆਂ ਕਰਨ ਦਾ ਸ਼ੌਕ ਹੈ। ਉਹਨਾਂ ਦਾ ਨਾਮ ਲਿਮਕਾ ਬੁੱਕ ਵਿੱਚ ਦਰਜ ਵੀ ਹੋ ਚੁੱਕਿਆ ਤੇ ਲਗਾਤਾਰ ਪਿਛਲੇ 30-35 ਸਾਲ ਤੋਂ ਇਸ ਆਪਣੇ ਸ਼ੌਕ ਨਾਲ ਉਹ ਮਿਹਨਤ ਕਰ ਰਹੇ ਨੇ ਤੇ ਸ਼ੌਕ ਨਾਲ ਲੱਗੇ ਹੋਏ ਨੇ। ਗੱਲ ਇਹਨਾਂ ਨਾਲ ਕਰਦੇ ਹਾਂ। ਰਾਣਾ ਜੀ, ਪਹਿਲਾਂ ਆਪਾਂ ਤੁਸੀਂ ਦੱਸੋ ਕਿ ਸਿੱਕੇ ਬਾਅਦ 'ਚ ਦਿਖਾਇਓ ਕਿ ਸ਼ੌਕ ਕਿਵੇਂ ਪੈਦਾ ਹੋਇਆ, ਤੁਹਾਡੇ ਮਨ 'ਚ ਕੀ ਖਿਆਲ ਆਇਆ ਕਿ ਯਾਰ ਇੱਧਰ ਨੂੰ ਜਾਣਾ ਚਾਹੀਦਾ। ਇਹ 1990 ਦੇ ਵਿੱਚ ਮੈਂ ਹਰਿਦੁਆਰ ਗਿਆ ਸੀ ਇੱਕ ਟੂਰ ਦੇ ਵਿੱਚ। ਉੱਥੇ ਮੈਂ ਦੇਖਿਆ ਵੀ ਬਾਹਰ ਸਿੱਕੇ ਪਏ ਹੋਏ ਲੋਕੀ ਉਹ ਦੇ ਰਹੇ ਆ ਹਰਿਦੁਆਰ ਦੇ ਬਾਹਰ। ਮੈਂ ਉੱਥੋਂ ਕੁਝ ਕਲੈਕਸ਼ਨ ਸ਼ੁਰੂ ਕੀਤੀ। ਮੈਨੂੰ ਸ਼ੌਕ ਜਿਹਾ ਕਿ ਬਹੁਤ ਲੋਕਾਂ ਨੇ ਖਰੀਦੇ ਉਹ ਹੌਲੀ ਹੌਲੀ ਜਿਹੜਾ ਖਰੀਦਦੇ, ਫਿਰ ਮੇਰਾ ਸ਼ੌਕ ਜਿਹੜਾ ਅੱਗੇ ਵੱਧ ਗਿਆ। ਤੇ ਬਾਅਦ ਦੇ ਵਿੱਚ ਥੋੜਾ ਸਮਾਂ ਕੀ ਹੋਇਆ, ਜਦੋਂ ਮੈਰਿਜ ਹੋਣ ਤੋਂ ਬਾਅਦ ਬੱਚੇ ਛੋਟੇ ਸੀ, ਸੀਮਤ ਸਾਧਨ ਸੀ, ਉਸ ਕਰਕੇ ਮੈਂ ਥੋੜੀ ਦੇਰ ਵਾਸਤੇ ਇਹਨੂੰ ਸਥਗਿਤ ਕੀਤਾ ਤੇ ਰੋਕ ਦਿੱਤਾ ਇਸ ਸ਼ੌਕ ਨੂੰ। ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਜਿਹੜਾ ਹੈ ਇਸ ਸ਼ੌਕ ਨੂੰ ਅੱਗੇ ਬਰਕਰਾਰ ਰੱਖਿਆ ਤੇ ਅੱਜ ਮੈਂ ਇਸ ਮੁਕਾਮ ਤੇ ਪਹੁੰਚਾ। ਤੇ ਤੁਹਾਡੇ ਕੋਲ ਸਭ ਤੋਂ ਪੁਰਾਣੇ ਸਿੱਕੇ ਕਿਹੜੇ-ਕਿਹੜੇ ਨੇ, ਉਹ ਸਾਨੂੰ ਤਰਤੀਬਵਾਰ ਥੋੜਾ ਦਿਖਾਓ। ਆ ਤੁਸੀਂ ਦੇਖ ਰਹੇ ਹੋ ਇੱਥੇ ਕਸ਼ਮੀਰ ਸਟੇਟ, ਇਹ ਹੈ ਦੀਦਾ ਰਾਣੀ ਸਟੇਟ 950 ਏਡੀ ਦੀ। ਉਸ ਤੋਂ ਅੱਗੇ ਜਿਹੜੇ ਹੈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ, ਕਸ਼ਮੀਰ ਸਟੇਟ ਹੋ ਗਿਆ, ਇੱਧਰ ਤੁਸੀਂ ਦੇਖੋ ਗਵਾਲੀਅਰ ਸਟੇਟ ਹੋ ਗਿਆ, ਅੱਗੇ ਈਸਟ ਇੰਡੀਆ ਕੰਪਨੀ ਦੇ ਹੈਗੇ ਆ, ਇਸੇ ਤਰ੍ਹਾਂ ਬ੍ਰਿਟਿਸ਼ ਇੰਡੀਆ ਦੇ ਹੈ, ਹੈਦਰਾਬਾਦ ਸਟੇਟ ਹੋ ਗਈ ਹੈ, ਤੇ ਅੱਗੇ ਬੜੌਦਾ ਸਟੇਟ ਹੋ ਗਈ ਹੈ, ਜੀ ਸਟੇਟ ਹੋ ਗਈ ਹੈ। ਇੱਥੇ ਤੁਸੀਂ ਦੇਖ ਰਹੇ ਹੋ ਇੱਧਰਲੇ ਪਾਸੇ ਜਿਹੜਾ ਕਸ਼ਮੀਰ ਸਟੇਟ, ਕਾਂਗੜਾ ਸਟੇਟ, ਜੈਪੁਰ ਸਟੇਟ, ਗਵਾਲੀਅਰ ਬੂੰਦੀ ਸਟੇਟ, ਮੇਵਾੜ ਸਟੇਟ, जोधपुर स्टेट, अगे हैगा दिल्ली सुल्तान कुशन, जयपुर स्टेट। ये सारे अलग अलग ਜਿਹੜੇ ਹੈਗੇ ਆ। ਇਹਨਾਂ ਦੀ ਜਿਹੜੀ ਉਸ ਮੌਕੇ ਜਦੋਂ ਇਹ ਵੱਖ-ਵੱਖ ਰਾਜਿਆਂ ਵੱਲੋਂ ਜਾਂ ਵੱਖ-ਵੱਖ ਘਰਾਣਿਆਂ ਵੱਲੋਂ ਇਹ ਚਲਾਏ ਗਏ ਸੀ, ਉਸ ਮੌਕੇ ਦੀਆਂ ਸਰਕਾਰਾਂ ਵੱਲੋਂ ਵੀ ਆਪਾਂ ਕਹਿ ਸਕਦੇ ਹਾਂ, ਉਸ ਮੌਕੇ ਦੇ ਸ਼ਾਸਨ ਪ੍ਰਸ਼ਾਸਨ ਵੱਲੋਂ ਕਹਿ ਸਕਦੇ ਹਾਂ, ਕੀਮਤ ਜਿਹੜੀ ਨਿਰਧਾਰਿਤ ਸੀ ਉਹ ਤੁਹਾਡੇ ਹੈ ਧਿਆਨ 'ਚ ਕਿਹੜੀ ਸੀ ਤੇ ਲੈਂਗੁਏਜ ਕਿਹੜੀ ਹੁੰਦੀ ਸੀ? ਲੈਂਗੁਏਜ ਜਿਹੜੇ ਮੁਸਲਿਮ ਸ਼ਾਸਕ ਸੀ ਉਹਨਾਂ ਨੇ ਤਾਂ ਕੁਦਰਤੀ ਗੱਲ ਆ ਵੀ ਉਹ ਜਾਂ ਤੇ ਉਹ ਉਰਦੂ 'ਚ ਲਿਖਣਗੇ ਜਾਂ ਉਹ ਫਾਰਸੀ, ਜਾਂ ਫਿਰ ਜਿਵੇਂ ਹੁਣ ਅਰਬਨ ਵਾਲੇ ਹੈ ਜਿਹੜੇ ਜਿੰਨੇ ਵੀ ਹੈ ਉਹਨਾਂ ਦੇ ਅਰਬੀ ਦੇ ਵਿੱਚ ਹੈ। ਲੈਂਗੁਏਜ ਅਲੱਗ-ਅਲੱਗ ਨੇ, ਉਹਦੇ 'ਚ ਤੁਹਾਨੂੰ ਜਿਵੇਂ ਹੁਣ ਮੇਰੇ ਵਰਗਾ ਬੰਦਾ ਇਹਨੂੰ ਆਮ ਪਤਾ ਨਹੀਂ ਲੱਗਦਾ। ਇਹਦੇ ਲਈ ਜਿਹੜਾ ਹੈ ਸਾਨੂੰ ਜਿਹੜੇ ਐਕਸਪਰਟ ਹੈ ਉਹਨਾਂ ਤੋਂ ਪਹਿਚਾਣ ਕਰਾਉਣੀ ਪੈਂਦੀ ਹੈ, ਪੜ੍ਹਾਉਣਾ ਪੈਂਦਾ, ਜਾਂ ਫਿਰ ਅਸੀਂ ਗੂਗਲ 'ਤੇ ਵੀ ਸਰਚ ਕਰਦੇ ਹਾਂ, ਉਹਦੇ 'ਚ ਵੀ ਕਈ ਵਾਰੀ ਹੈ। ਹੁਣ ਅੱਜ ਕੱਲ੍ਹ ਦੇ ਜਿਹੜੀ ਜਨਰੇਸ਼ਨ ਹੈ, ਬੱਚੇ, ਮੇਰਾ ਬੇਟਾ ਜਿਵੇਂ ਹੈ ਮੈਨੂੰ ਬੜਾ ਸਾਥ ਦਿੰਦਾ, ਇਹ ਮੈਨੂੰ ਆਈਡੈਂਟੀਫਾਈ ਕਰਾਉਣ ਦੇ 'ਚ ਜਿਹੜਾ ਹੈ ਮੇਰੇ ਬੜੀ ਮਦਦ ਕਰਦਾ ਹੈ। ਇਹ ਜਿਹੜੀ ਜਿਵੇਂ ਇਹ ਸਿੱਕਿਆਂ ਦੀ ਗੱਲ ਕੀਤੀ ਹੈ ਜਿਹੜੇ ਤੁਸੀਂ ਆਹ ਦਿਖਾਏ ਨੇ, ਇਹਦੇ ਵਿੱਚ ਕੀਮਤ ਦਾ ਵੀ ਪਤਾ ਲੱਗ ਗਿਆ ਤੁਹਾਨੂੰ ਕਿ ਉਸ ਮੌਕੇ ਇਹ ਕਿਹੜੀ ਕੀਮਤ ਦੇ ਸੀ, ਇਹਨਾਂ ਦੇ ਨਾਂ ਵੀ ਵੱਖਰੇ ਹੋਣਗੇ? ਇਹ ਅਜੇ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਆਪਾਂ ਨੂੰ ਉਹ ਹੋਇਆ, ਕਿਉਂਕਿ ਇੰਨੀ ਸਟੱਡੀ ਹਾਲੇ ਕੀਤੀ ਨਹੀਂ ਹੈ। ਹਾਲੇ ਤਾਂ ਸਿਰਫ ਕਲੈਕਸ਼ਨ ਹੋ ਰਹੀ ਹੈ। ਕਲੈਕਸ਼ਨ ਹੋਣ ਤੋਂ ਬਾਅਦ ਅਗਲਾ ਜਿਹੜਾ ਸਬਕ ਹੈ ਉਹ ਇਹੀ ਹੋਏਗਾ ਬਈ ਇਹਨਾਂ ਦੀ ਕੀਮਤ ਕਿਆ ਸੀ, ਅੱਜ ਕੀ ਕੀਮਤ ਹੈ, ਕੀ ਹੈ ਇਹ। ਅਸੀਂ ਸਿਰਫ ਹਾਲੇ ਤਾਂ ਇਹਨੂੰ ਕਲੈਕਸ਼ਨ ਹੀ ਕਰ ਰਹੇ ਹਾਂ, ਕਲੈਕਸ਼ਨ ਮੇਰੀ ਅਜੇ ਪੂਰੀ ਨਹੀਂ ਹੋਈ। ਇਹਦੇ ਬਾਰੇ ਤਾਂ ਫਿਰ ਇੱਕ ਵੱਡੀ ਕਿਤਾਬ ਲਿਖੀ ਜਾ ਸਕਦੀ ਹੈ, ਕਿਉਂਕਿ ਕਿੱਥੋਂ ਚੱਲੇ, ਕਿਵੇਂ ਬਣੇ, ਧਾਤ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਕਰੰਸੀ ਚੱਲਦੀ ਸੀ ਤੇ ਕਿਸ ਤਰ੍ਹਾਂ ਦਾ ਵਪਾਰ ਹੁੰਦੇ ਸੀ, ਸਾਰਾ ਕੁਝ ਤੁਹਾਨੂੰ ਲਿਆਉਣਾ ਪਏਗਾ, ਆਰਥਿਕਤਾ ਵੀ ਦੇਖਣੀ ਪਏਗੀ। ਬਿਲਕੁਲ ਜੀ ਬਿਲਕੁਲ। ਅਸੀਂ ਹੁਣ ਦੇਖੋ ਮੇਰੇ ਕੋਲ ਇਹ ਕੋਇਨ ਨੇ, ਇੰਡੋ ਗ੍ਰੀਕ ਕੋਇਨ ਹੋ ਗਏ, ਇਹ ਤੁਸੀਂ ਦੇਖ ਰਹੇ ਜੈਪੁਰ ਸਟੇਟ ਹੋ ਗਈ, ਸ਼ਾਹ ਆਲਮ ਹੋ ਗਿਆ, ਇੱਧਰਲੇ ਪਾਸੇ ਮੁਹੰਮਦ ਤੁਗਲਕ ਹੋ ਗਿਆ, ਕੁਤਬਦੀਨ ਮੁਬਾਰਕ, ਮੁਹੰਮਦ ਤੁਗਲਕ, ਪ੍ਰਿਥਵੀਰਾਜ ਚੌਹਾਨ, ਇਸ ਤਰ੍ਹਾਂ ਅਲੱਗ-ਅਲੱਗ ਨੇ। ਸਿੱਖ ਰਾਜ ਦੇ ਸਿੱਕੇ ਨੇ ਮੇਰੇ ਕੋਲ ਕਈ, ਅਬਦ ਇਹ ਇਹ ਸਾਰੇ ਜਿੰਨੇ ਵੀ ਹੈ ਮੇਰੇ ਕੋਲ ਆ ਗਏ। ਕੁਛ ਕੋਇਨ ਇੱਦਾਂ ਦੇ ਅਜੇ ਵੀ ਆਈਡੈਂਟੀਫਾਈ ਨਹੀਂ ਹੋ ਸਕੇ ਹਲੇ, ਇਹਨਾਂ ਨੂੰ ਹਲੇ ਸਟੱਡੀ ਕਰਾਉਣਾ ਬਾਕੀ ਹੈ। ਮੇਰੇ ਕੋਲ ਹੋਰ ਵੀ ਇਸ ਤਰ੍ਹਾਂ ਦੇ ਕਈ ਕੋਇਨ ਨੇ। ਜਿਹੜੇ ਸਿੱਖ ਰਾਜ ਦੇ ਸਿੱਕੇ ਆ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਕਾਲ ਦੇ, ਉਹ ਕਿਸ ਤਰ੍ਹਾਂ ਦੇ ਹੁੰਦੇ ਸੀ?
ਉਹ ਸੋਨਾ, ਚਾਂਦੀ ਔਰ ਤਾਂਬੇ ਦੇ ਇਹ ਆ। ਉਹ ਜਿਹੜੇ ਸੋਨੇ ਦੇ ਹੈ ਉਹ ਤਾਂ ਬਹੁਤ ਘੱਟ ਮਿਲਦੇ ਆ, ਕਿਉਂਕਿ ਜਿਨ੍ਹਾਂ ਕੋਲ ਸਟੋਰ ਹੋ ਗਿਆ ਉਹਨਾਂ ਨੇ ਆਪਣੇ ਕੋਲ ਦੱਬ ਕੇ ਰੱਖੇ ਹੋਏ ਆ। ਇਹ ਨੇ ਜਾਂ ਮਤਲਬ ਹੋਰ ਤਰ੍ਹਾਂ ਦੇ ਵੱਖਰੇ ਜਿਹੜੇ ਦਿਖਾ ਰਹੇ ਹੋ? ਇਹ ਅਲੱਗ-ਅਲੱਗ ਸਮਿਆਂ ਦੇ ਹੈ ਤੇ ਇਹਦੇ ਵਿੱਚ ਮਤਲਬ ਇਹਨਾਂ ਨੂੰ ਹਾਲੇ ਆਇਡੈਂਟੀਫਾਈ ਕਰਨਾ ਮੇਰਾ ਬਾਕੀ ਹੈ। ਇਹ ਕਿੰਨੇ ਕੋਨੇ ਇਹ ਕਲੈਕਸ਼ਨ ਜਿਹੜੀ ਹੈ ਪੁਰਾਣੀ? ਇਹ ਵੀ 10 12 15 ਸਟੇਟਾਂ ਦੇ ਹੈਗੇ ਆ। ਇੱਕ ਆ ਤੁਸੀਂ ਦੇਖਦੇ ਉਹ ਕਿੰਨੇ ਕੁ ਪੁਰਾਣੇ ਹੋਣਗੇ ਜਿਹੜੇ ਤੁਸੀਂ ਆ ਪਹਿਲਾਂ ਦਿਖਾ ਰਹੇ ਨੇ, ਇਹ ਦਿਖਾਏ ਸੀ ਇਹ ਵਾਲੇ ਕਿੰਨੇ ਕੁ ਪੁਰਾਣੇ ਹੋਣਗੇ? ਕੋਈ ਇਹਦੇ ਉੱਤੇ ਕੋਈ ਸਨ ਵਗੈਰਾ ਲਿਖਿਆ ਹੋਇਆ? 500 ਸਾਲ ਪੁਰਾਣੇ ਹੋਣਗੇ। ਹਾਂਜੀ, ਤੇ ਇਹ ਜਿਹੜੇ ਹੈਗੇ ਆ ਤੁਸੀਂ ਦੇਖ ਰਹੇ ਹੋ ਵੀ ਇੱਕ ਗਾਣਾ ਵੀ ਚੱਲਿਆ ਸੀ, ਤੇਰੀ 2 ਟਕਿਆਂ ਦੀ ਨੌਕਰੀ ਮੇਰਾ ਲੱਖਾਂ ਦਾ ਸਾਵਨ ਜਾਏ। ਇਹ ਉਹ ਨੇ, ਇਹ ਟਕੇ ਨੇ, ਇਹ ਪੁਰਾਣੇ ਇਹ ਉਸ ਵਕਤ ਦੇ। ਉਸ ਵੇਲੇ ਕੋਈ ਮੋਹਰ ਨਹੀਂ ਸੀ, ਕੋਈ ਕੁਛ ਨਹੀਂ। ਇਸ ਤਰ੍ਹਾਂ ਹੈ ਜਿਹੜਾ ਹੈ ਇਹ ਤਾਂਬਾ ਟਕੇ ਦਾ ਬੰਦਾ ਨਹੀਂ ਇਦਾਂ ਕਰਦਾ ਹੈ, ਉਹ ਨੇ। ਤੇ ਇੱਕ ਕਿਹੜੀ ਧਾਤ ਕਿਹੜੀ ਹੈ ਇਹ? ਕਾਪਰ। ਹਾਂਜੀ, ਇਸੇ ਤਰ੍ਹਾਂ ਹੀ ਮੇਰੇ ਕੋਲ ਬ੍ਰਿਟਿਸ਼ ਰਾਜ ਦੇ 1835 ਤੋਂ ਸ਼ੁਰੂ ਹੋਏ ਆ ਜਿਹੜੇ ਅੰਗਰੇਜ਼ਾਂ ਵੇਲੇ ਦੇ। ਇਹ ਜਿਹੜੇ ਹੈਗੇ ਵੱਖ-ਵੱਖ ਇਹ ਚਾਂਦੀ ਦੇ ਨੇ। ਇਹ ਬਹੁਤੇ ਹੈਂਡਮੇਡ ਹੁੰਦੇ ਸੀ ਕਿ ਕੋਈ ਉਸ ਮੌਕੇ ਕੋਈ ਇਸ ਤਰ੍ਹਾਂ ਦੀ ਮਸ਼ੀਨਰੀ ਲੱਗੀ ਸੀ? ਮਸ਼ੀਨੀ ਨੇ ਇਹ ਸਾਰੇ। ਹਾਂਜੀ, ਇਹ ਅੰਗਰੇਜ਼ਾਂ ਵੇਲੇ ਦੇ ਜਿਹੜੇ ਮਸ਼ੀਨੀ ਨੇ ਸਾਰੇ ਇਹ ਤੁਸੀਂ ਦੇਖ ਸਕਦੇ ਹੋ। ਜਿਹੜੇ ਇਹ ਸਾਰੇ ਇਹ ਚਾਂਦੀ ਦੇ ਉਹੀ ਨੇ, ਅਲੱਗ-ਅਲੱਗ ਸਮਿਆਂ ਦੇ ਇਹ ਚਾਂਦੀ ਵਾਲੇ। ਹਾਂਜੀ। ਇੱਕ ਸਾਨੂੰ ਥੋੜਾ ਜਿਹਾ ਵੀ ਦੱਸ ਦਿਓ ਨਾਲ ਦੀ ਨਾਲ ਕਿ ਜਿਸ ਤਰ੍ਹਾਂ ਟਕਿਆਂ ਦੀ ਗੱਲ ਕੀਤੀ ਉਹਨਾਂ ਦੇ, ਕਿਉਂਕਿ ਤੁਸੀਂ ਇਸ ਕੰਮ 'ਚ ਵਿਚਰਦੇ ਹੋ, ਕਿਹੜੇ ਕਿਹੜੇ ਨਾਂ ਹੁੰਦੇ ਸੀ? ਜਿਸ ਤਰ੍ਹਾਂ ਦੁਆਨੀ, ਚਵਾਨੀ, ਜਿੰਨੇ ਜਿਹੜੇ ਤੁਹਾਡੇ ਨਾਂ ਧਿਆਨ 'ਚ ਨੇ ਕਿ ਕਿਸ ਤਰ੍ਹਾਂ ਦੀ ਕਰੰਸੀ ਤੇ ਨਾਂ ਕੀ ਹੁੰਦੇ ਸੀ ਛੋਟੇ ਪੈਸਿਆਂ ਦੇ? ਕਿਉਂਕਿ ਉਦੋਂ ਤਾਂ ਦੁਆਨੀ ਚਵਾਨੀ ਦਾ ਮੁੱਲ ਬਹੁਤ ਹੁੰਦਾ ਸੀ। ਹੋ ਸਕਦਾ ਅੱਜ ਦੇ 10,000 ਜਿੰਨਾ ਹੋਵੇ ਉਸ ਮੌਕੇ ਦੀਆਂ ਦੁਆਨੀਆਂ ਚਵਾਨੀਆਂ ਦਾ ਮੁੱਲ। ਇਹ ਤਾਂ 1/12 ਆਨੇ, 1/8 ਆਨੇ, 1/4 ਆਨੇ, 1/2 ਆਨੇ, ਫਿਰ 1 ਆਨਾ, 2 ਆਨੇ, 4 ਆਨੇ, 8 ਆਨੇ, 12 ਆਨੇ, ਇਸ ਤਰ੍ਹਾਂ ਚੱਲਦਾ ਸੀ। ਆਪਾਂ ਗੱਲ ਕਰ ਲਈ ਅੱਜ ਤੋਂ 300 ਸਾਲ ਪੁਰਾਣੀ, ਜਿਸ ਤਰ੍ਹਾਂ ਟਕੇ ਦੀ ਗੱਲ ਕੀਤੀ ਹੈ, ਸਭ ਤੋਂ ਛੋਟਾ ਕਿਹੜਾ ਹੁੰਦਾ ਸੀ? ਸਭ ਤੋਂ ਉੱਪਰ ਵਾਲਾ ਕਿਹੜਾ ਹੁੰਦਾ ਸੀ ਜਿਹੜੀ ਕਰੰਸੀ? ਇਹ ਟਕੇ ਸੀ ਜਿਹੜੇ ਉਸ ਵੇਲੇ। ਟਕਿਆਂ ਵੇਲੇ ਤਾਂ ਸਿਰਫ ਇਹੀ ਚੱਲਦੇ ਸੀ, ਇਹੀ ਆਦਾਨ ਪ੍ਰਦਾਨ ਹੁੰਦਾ ਸੀ। ਉਸ ਵੇਲੇ ਲੋਕਾਂ ਕੋਲ ਰਿਸੋਰਸਿਸ ਵੀ ਹੈ ਨਹੀਂ ਸੀ ਇੰਨੇ ਇਸ ਤਰ੍ਹਾਂ ਦੇ। ਇਹੀ ਇੱਕੋ ਸੀ ਉਹਨਾਂ ਦਾ। ਤੇ ਫਿਰ ਇਹ ਧਾਤ ਕਿਵੇਂ ਆ ਗਈ? ਜਿਵੇਂ ਤਾਂਬੇ ਦੇ ਆ, ਕੋਈ ਚਾਂਦੀ ਦੇ ਆ, ਪਹਿਲਾਂ ਸੋਨੇ ਦੇ ਆ ਗਏ, ਫਿਰ ਉਹਨਾਂ ਦੀ ਇਹਦਾ ਮਤਲਬ ਸੋਨੇ ਦੇ ਦੀ ਜ਼ਿਆਦਾ ਕੀਮਤ ਹੋਏਗੀ? ਸੋਨੇ ਦੀ ਤਾਂ ਕੀਮਤ ਜਿਹੜੀ ਹੈਗੀ ਆ 5-6 ਲੱਖ ਦਾ ਵੀ ਹੋ ਸਕਦਾ ਉਹ ਜਿਹੜਾ ਹੈ। ਉਹ ਤੇ ਉਹ ਮੋਹਰ ਸੀ, ਸੋਨੇ ਦੀ ਮੋਹਰ ਕਹਿੰਦੇ ਸੀ, ਨਾਨਕਸ਼ਾਹੀ ਜਿਹੜੇ ਸੀ ਉਹ। ਤੁਸੀਂ ਦੇਖੀ ਤਾਂ ਹੋਣੀ ਵੈਸੇ ਕਿ ਨਹੀਂ? ਮੋਹਰ ਮੈਂ ਕਿਸੇ ਦੋਸਤ ਕੋਲ ਜ਼ਰੂਰ ਦੇਖੀ ਹੈ, ਲੇਕਿਨ ਆਪਣੇ ਕੋਲ ਨਹੀਂ ਹੈ ਉਹ, ਕਿਉਂਕਿ ਉਹ ਉਦੋਂ ਦੇ ਅਸੀਂ ਕਰ ਨਹੀਂ ਰਹੇ। ਜੇ ਮੇਰਾ ਸ਼ੁਰੂ ਤੋਂ ਹੁੰਦਾ, ਮੇਰੇ ਫਾਦਰ ਕਰਦੇ ਹੁੰਦੇ, ਸ਼ਾਇਦ ਹੋ ਸਕਦਾ ਉਹਨਾਂ ਕੋਲ ਪਏ ਹੁੰਦੇ ਉਸ ਵੇਲੇ, ਕਿਉਂਕਿ ਲੋਕਾਂ ਕੋਲ ਪੈਸੇ ਦੀ ਘਾਟ ਹੁੰਦੀ ਸੀ। ਉਹ ਅੱਗੇ ਤੇ ਅੱਗੇ ਕਰ ਦਿੰਦੇ ਸੀ ਸਾਰੇ। ਸਟੋਰ ਕਰਨਾ ਉਹਨਾਂ ਦੇ ਲਈ ਸੌਖਾ ਨਹੀਂ ਸੀ। ਜਿਹੜੀਆਂ ਮੋਹਰਾਂ ਨੇ ਇਹ ਕਿਹੜੇ ਸੰਨ ਤੱਕ ਚੱਲੀਆਂ ਹੋਣੀਆਂ? ਮੋਹਰਾਂ ਤੋਂ ਬਾਅਦ ਸਿੱਕੇ ਆ ਗਏ, ਪਹਿਲਾਂ ਮੋਹਰਾਂ 'ਚ ਹੀ ਕਾਰੋਬਾਰ ਹੁੰਦਾ ਸੀ? ਮਹਾਰਾਜਾ ਰਣਜੀਤ ਸਿੰਘ ਵੇਲੇ ਤੱਕ। ਹਾਂਜੀ। ਹੋਰ ਕਿਹੜੀ ਕਲੈਕਸ਼ਨ ਆ ਇਦੋਂ ਬਿਨਾਂ ਜਿਹੜੇ ਤੁਸੀਂ ਲਗਾਤਾਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦਿਖਾਓਗੇ? ਇੰਡੀਅਨ ਕੋਇਨ ਆ ਜਿਹੜੇ, ਇਹ ਮੋਰੀ ਵਾਲਾ ਪੈਸਾ ਜਿਹਨੂੰ ਕਹਿੰਦੇ ਉਹ ਹੈ। ਇੱਕ ਨया ਪੈਸਾ ਹੋ ਗਿਆ ਆ। ਫਿਰ ਉਸ ਤੋਂ ਬਾਅਦ ਸ਼ੁਰੂ ਹੋਇਆ ਇੱਕ ਪੈਸਾ ਆ। ਫਿਰ ਇਸ ਤਰ੍ਹਾਂ ਦਾ ਇੱਕ ਪੈਸਾ ਸ਼ੁਰੂ ਹੋਇਆ ਹੈ। ਅੱਗੇ ਫਿਰ ਦੋ ਪੈਸੇ ਜਿਹੜੇ ਹੈ, ਇਹ ਪਹਿਲੇ ਆ ਇਹ ਨਿਕਲਦੇ ਸੀ। ਇਹ ਅੱਗੇ ਜਿਹੜੇ ਹੈਗੇ ਆ ਦੂਸਰਾ 2 ਪੈਸੇ, ਫਿਰ ਅੱਗੇ ਇਹ 3 ਪੈਸੇ, ਅੱਗੇ ਆ 5 ਪੈਸੇ ਵੀ ਅਲੱਗ-ਅਲੱਗ ਤਰ੍ਹਾਂ ਦੇ ਬਣੇ। ਅੱਗੇ ਕਿੰਨੇ ਤਰ੍ਹਾਂ ਦੇ 5 ਪੈਸੇ ਜਿਹੜੇ ਹੈਗੇ ਆ ਜੀ, ਇਹ 3 ਤਰ੍ਹਾਂ ਦੇ ਆ। ਇੱਕ ਇਹ ਧਾਤ ਹੈਗੀ ਹੈ, ਇੱਕ ਇਹਦੇ 'ਚ ਮਿਕਸ ਸੀ, ਫਿਰ ਇਹ ਚੀਜ਼ ਹੋ ਗਈ ਹੈ। ਉਸ ਤੋਂ ਬਾਅਦ ਇਹ ਇਸੇ ਤਰ੍ਹਾਂ ਦੇ ਮੇਰੇ ਕੋਲ ਜਿਹੜੇ ਹੈ 10 ਰੁਪਏ ਤੱਕ ਦੇ ਜਿਹੜੇ ਰੈਗੂਲਰ ਕੋਇਨ ਨੇ, ਇਹ ਸਾਰੇ ਜਿਹੜੇ ਹੁਣ ਵੀ ਤੱਕ ਵੀ ਚੱਲਦੇ ਆ। ਹਾਂਜੀ। ਇੱਕ ਸਰਕਾਰ ਨੇ ਸਮੇਂ-ਸਮੇਂ ਸਿਰ ਜਿਹੜੇ ਹੈਗੇ ਆ ਕਮੈਮੋਰੇਟਿਵ ਕੋਇਨ ਚਲਾਏ ਆ। ਇਹ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਬਣਾਤਾ, ਇੰਦਰਾ ਗਾਂਧੀ ਤੇ ਬਣਾਤਾ, ਤੇ ਰਾਜੀਵ ਗਾਂਧੀ ਤੇ ਬਣਾਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਣਾਤਾ, ਮਾਤਾ ਵੈਸ਼ਨੋ ਦੇਵੀ ਤੇ ਬਣਾਤਾ, ਗੁਰੂ ਨਾਨਕ ਸਾਹਿਬ ਤੇ ਬਣਾਤਾ। ਉਹ ਕਰਾਇਆ ਉਹ 5 ਪੈਸੇ ਤੇ ਸ਼ੁਰੂ ਹੁੰਦੇ ਆ ਕਮੈਮੋਰੇਟਿਵ ਕੋਇਨ ਜਿਹੜੇ। ਇਹ ਉਦਾਂ ਮਾਰਕੀਟ 'ਚ ਨਹੀਂ ਚੱਲਦੇ, ਇਹ ਇੱਕ ਯਾਦ ਸੰਭਾਲਣ ਵਾਸਤੇ ਹੋਣਗੇ ਸ਼ਾਇਦ। ਸਪੈਸ਼ਲ ਆਉਂਦੇ ਆ ਇਹ ਕੋਇਨ। ਇਹ ਬਹੁਤ ਘੱਟ ਸਰਕੂਲੇਸ਼ਨ ਹੁੰਦੀ ਇਹਨਾਂ ਦੀ। ਇਹ ਮੇਰੇ ਕੋਲ ਜਿਵੇਂ 5 ਪੈਸੇ ਦੇ ਜਿੰਨੇ ਵੀ ਅੱਜ ਤੱਕ ਬਣੇ ਆ, 4 ਬਣੇ 4 ਤਰ੍ਹਾਂ ਦੇ।
10 ਪੈਸੇ ਦੇ ਬਣੇ ਸਾਰੇ ਇਹ ਮੇਰੇ ਕੋਲ ਪਏ ਨੇ। ਅੱਗੇ ਔਨਵਰਡ ਸਾਰੇ ਜਿੰਨੇ ਵੀ ਹੈ ਇਹ 'ਚ ਕਿਹੜੀ ਧਾਤ ਹੈ ਇਹ ਜਿਹੜੇ ਹੈਗੇ ਆ? ਇਹ ਯਾਦਗਾਰੀ ਸਿੱਕੇ ਕਹਿੰਦੇ ਇਹਨੂੰ ਪੰਜਾਬੀ 'ਚ। ਕਮੈਮੋਰੇਟਿਵ ਕੁਆਇਨ ਜਿਹੜੇ ਹੈਗੇ ਆ ਸਪੈਸ਼ਲ ਡੇਜ਼ ਤੇ ਬਣਦੇ ਆ, ਜਿਵੇਂ ਯਾਦਗਾਰੀ ਹੋ ਗਿਆ ਨਾ ਵੀ ਯਾਦ ਨੂੰ ਤਾਜ਼ਾ ਕਰਨ ਦੇ ਹੋਏ ਇੱਕ ਤਰ੍ਹਾਂ। ਕਹਿ ਸਕਦੇ ਆਪਾਂ ਉਹਨਾਂ ਨੂੰ। ਤੇ ਉਹ ਕੀ ਹੈ ਵੀ ਇਹ ਪੁਰਾਣਾ ਕਿਹੜਾ ਤੁਹਾਡੇ ਕੋਲ ਯਾਦਗਾਰੀ ਇਹ ਜਿਹੜਾ ਯਾਦਗਾਰੀ ਜਿਹੜੇ ਸਭ ਤੋਂ ਪਹਿਲਾਂ ਦੇ ਤਾਂ ਇਹੀ ਬਣੇ ਨੇ। ਇਹ ਹੁਣ ਜਿਹੜਾ ਹੈ ਇਹ ਲਗਭਗ ਜਿਹੜਾ ਹੈ ਇਹ ਸਨ 47 48 ਤੋਂ ਬਾਅਦ 50 ਦੇ ਕਰੀਬ ਦਾ ਹੈ। ਇਹ ਅਲੱਗ-ਅਲੱਗ ਨੇ। ਆਹ ਜਿਵੇਂ ਹੁਣ 10 ਪੈਸੇ ਹੈ, ਇਹ ਜਿਹੜੇ ਹੈਗੇ ਆ ਇਹ 50 ਦੇ ਕਰੀਬ ਬਣੇ ਆ। ਅੱਗੇ ਤੇ ਅੱਗੇ ਚੱਲਦੇ ਗਏ ਇਹ ਸਾਰੇ। ਤੇ ਇਹ ਨੇ ਜਿਹੜੇ ਹੈ 1969 ਸ਼ੁਰੂ ਹੋਇਆ ਹੈ ਜਿਹੜਾ ਹੈ 50 ਪੈਸੇ ਦਾ। ਹੋ ਗਿਆ ਰਾਣਾ ਜੀ, ਜਿਵੇਂ ਡਾਕ ਟਿਕਟਾਂ ਜਾਰੀ ਕਰਦੇ ਆ ਉਸ ਤਰ੍ਹਾਂ ਇਹ ਸਿੱਕੇ ਜਾਰੀ, ਉਹ ਸਿਸਟਮ ਹੈ। ਇਹ ਸਿੱਕੇ ਜਿਹੜੇ ਹੈਗੇ ਆ ਵੀ ਆਮ ਸਰਕੂਲੇਸ਼ਨ ਦੇ ਵਿੱਚ ਨਹੀਂ ਮਿਲਦੇ, ਇਹ ਬਹੁਤ ਘੱਟ ਮਿਲਦੇ ਆ, ਬਣਾਏ ਘੱਟ ਜਾਂਦੇ ਇਹ। ਤੇ ਇਹ ਜਿਹੜੇ ਹੈਗੇ ਆ ਵੀ ਇਹ ਹੁਣ ਅਸੀਂ ਮੈਂ ਜਾਣੀ ਸਮੇਂ ਸਿਰ ਤੁਸੀਂ ਇੱਕ ਚੀਜ਼ ਦੇਖ ਰਹੇ ਹੋ ਵੀ ਇੱਥੇ 10 ਰੁਪਏ ਦਾ ਜਿਹੜਾ ਸਿੱਕਾ ਹੈ ਇਹ 5 ਰੁਪਏ ਦੇ ਚੱਲ ਰਹੇ ਇਸ ਵੇਲੇ ਸਾਰੇ। 10 ਰੁਪਏ ਦੇ ਵਿੱਚ ਤੁਹਾਡੇ ਕਮੈਮੋਰੇਟਿਵ ਕੁਆਇਨ ਆਏ ਮਹਾਤਮਾ ਗਾਂਧੀ ਦਾ ਜਿਹੜੇ ਹੈਗਾ ਇਹ 25ਵੀਂ ਐਨਵਰਸਰੀ ਆਫ ਇੰਡੀਪੈਂਡੈਂਸ, ਇਹ ਚਾਂਦੀ ਦੇ ਨਿਕਲੇ ਸੀ ਇਹ। ਇੱਕ ਇਹ ਜਿਹੜਾ ਹੈਗਾ ਫੂਡ ਫॉर ਆਲ, ਇਹ ਚਾਂਦੀ ਦੇ ਆ ਸਾਰੇ। ਅੱਗੇ 10 ਰੁਪਏ ਦਾ ਇਹ 100 ਰੁਪਏ ਦਾ ਇਹ ਸਪੈਸ਼ਲ ਸੀ। ਇਹ ਵੀ ਚਾਂਦੀ ਦਾ ਸਿੱਕਾ। ਇਹ ਕਿਹੜੇ ਸੰਨ ਦਾ? ਇਹ 2009 ਦੇ ਵਿੱਚ ਆਇਆ ਜੀ। ਇਹ ਤੁਸੀਂ ਜਿਹੜਾ ਸ਼ੌਕ ਪੈਦਾ ਹੋਇਆ ਕਿਸੇ ਨੂੰ ਦੇਖ ਕੇ ਹੋਇਆ ਕਿ ਆਪਦੇ ਮਨ ਚੋਂ? ਜਿਵੇਂ ਤੁਸੀਂ ਕਿਹਾ ਮੈਂ ਹਰਿਦੁਆਰ ਗਿਆ, ਉੱਥੇ ਕਿਉਂਕਿ ਗੰਗਾ 'ਚ ਲੋਕੀ ਸਿੱਟਦੇ ਸੀ, ਉੱਥੋਂ ਕੱਢ ਕੇ ਉਹ ਵੇਚਦੇ ਹੋਣੇ ਲੋਕ। ਲੋਕਾਂ ਨੇ ਖਰੀਦੇ ਸ਼ੁਰੂ ਕੀਤੇ, ਮੈਂ ਵੀ ਸ਼ੁਰੂ ਕਰ ਦਿੱਤੇ। ਉਹ ਹੌਲੀ ਹੌਲੀ ਇਹ ਜਿਹੜਾ ਹੈ ਸ਼ੌਕ ਬਣ ਗਿਆ ਹੈ ਮੇਰਾ। ਉਸ ਤੋਂ ਬਾਅਦ ਮੇਰੇ ਕੋਲ ਇਹ ਵੱਖ-ਵੱਖ ਦੇਸ਼ਾਂ ਦੀ ਨੋਟ। ਕਿੰਨੇ ਕੁ ਦੇਸ਼ਾਂ ਦੀ ਇਹ ਕਰੰਸੀ ਹੋਏਗੀ ਤੇ ਕਿੰਨੀ ਕੁ ਪੁਰਾਣੀ ਤੇ ਕਦੋਂ ਤੱਕ ਦੀ ਹੈ? ਪੁਰਾਣੇ ਨਹੀਂ ਆ ਇਹ, ਵਿੱਚ ਪੁਰਾਣੇ ਵੀ ਹੈ ਵੈਸੇ, ਲੇਕਿਨ ਇਹ ਜਿਹੜੇ ਹੈਗੇ ਆ ਮਿਕਸਡ ਨੇ। ਮੇਰੇ ਕੋਲ ਜਾਨੀ ਕਿ ਘੱਟੋ ਘੱਟ ਇਹ 100 ਕੰਟਰੀ ਦਾ ਜਿਹੜਾ ਹੈਗਾ ਨੋਟ ਹੈ ਇਸ ਵੇਲੇ। ਬਾਕੀ ਮੇਰੀ ਕਲੈਕਸ਼ਨ ਜਾਰੀ ਹੈ ਹਲੇ। ਤੇ ਜਦ ਕਿ ਮੇਰੇ ਕੋਲ ਜਿਹੜੇ ਸਿੱਕੇ ਨੇ ਦੇਸ਼ਾਂ ਦੇ ਨੇ, ਮੇਨ ਦੇਸ਼ਾਂ ਦੇ ਨਾਮ ਵੀ ਦੱਸ ਦਿਓ। ਮੇਨ ਸਾਰੇ ਦੇਸ਼ਾਂ ਦੇ ਹੈਗੇ ਆ। ਕੋਈ ਤੁਸੀਂ ਮਤਲਬ ਚਾਈਨਾ ਹੋ ਗਿਆ, ਵੀਅਤਨਾਮ ਹੋ ਗਿਆ, ਅਮਰੀਕਾ ਹੋ ਗਿਆ, ਭੂਟਾਨ ਹੋ ਗਿਆ, ਤੇ ਅੱਗੇ ਮਿਆਂਮਾਰ ਹੋ ਗਿਆ, ਇਜਿਪਟ ਹੋ ਗਿਆ, ਰੋਮਾਨੀਆ ਹੋ ਗਿਆ। ਇਹ ਸਾਰਿਆਂ ਤੋਂ ਤੁਹਾਨੂੰ ਸਭ ਤੋਂ ਵਧੀਆ ਕਰੰਸੀ ਕਿਹੜੇ ਦੇਸ਼ ਦੀ ਲੱਗੀ ਜੇ ਛਪਾਈ ਪੱਖੋਂ, ਮਟੀਰੀਅਲ ਪੱਖੋਂ? ਵੈਸੇ ਤਾਂ ਦੇਖੋ ਜਿਹੜੇ ਸਭ ਤੋਂ ਜ਼ਿਆਦਾ ਵਧੀਆ ਜਿਹੜੇ ਹੈਗੇ ਆ ਉਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ, ਇਹ ਇਹਨਾਂ ਕੰਟਰੀਆਂ ਦੇ ਜ਼ਿਆਦਾ ਵਧੀਆ ਨੇ। ਸਭ ਤੋਂ ਮਾੜੇ ਕਿਹੜੇ ਦੇਸ਼ ਦੇ ਹੋਣਗੇ? ਮਾੜੇ ਤਾਂ ਜਿਵੇਂ ਬੰਗਲਾਦੇਸ਼ ਹੋ ਗਿਆ, ਪਾਕਿਸਤਾਨ ਹੋ ਗਿਆ, ਇਹਨਾਂ ਦੇ ਜਿਹੜੇ ਹੈਗੇ ਜਿਸ ਤਰ੍ਹਾਂ ਦਾ ਦੇਸ਼ ਹੈ ਉਸੇ ਤਰ੍ਹਾਂ ਦੀ ਕਰੰਸੀ ਹੈ। ਹੁਣ ਸਾਡੇ ਵੀ ਤੁਸੀਂ ਦੇਖੋ 500 ਰੁਪਏ ਦਾ ਨੋਟ ਜੇ ਧੋ ਹੋ ਜੇ ਤੇ ਅੱਜ ਦੀ ਡੇਟ 'ਚ ਉਹ ਸਾਫ਼ ਹੋ ਜਾਂਦਾ। ਉਹ ਇਹ ਜਿਹੜੇ ਘਟੀਆ ਵਾਲੇ ਆ ਫਿਰ ਉਹਦੀ ਡੁਪਲੀਕੇਸੀ ਜ਼ਿਆਦਾ ਹੁੰਦੀ ਹੈ ਨਹੀਂ? ਇਹ ਤਾਂ ਕੁਦਰਤੀ ਗੱਲ ਹੈ। ਡੁਪਲੀਕੇਸੀ ਤਾਂ ਹੀ ਹੁੰਦੀ ਹੈ ਜਦੋਂ ਆਪਾਂ ਉਹ ਚੀਜ਼ ਉੱਦਾਂ ਦੀ ਮਿਆਰੀ ਨਹੀਂ ਬਣਾਉਂਦੇ। ਸਭ ਤੋਂ ਖੂਬਸੂਰਤ ਕਿਹੜੇ ਲੱਗੇ ਤੁਹਾਨੂੰ ਇਹਨਾਂ? ਇੱਕ ਹੁੰਦਾ ਵੀ ਯਾਰ ਦੇਖ ਕੇ ਮਤਲਬ ਆਨੰਦ ਜਾ ਆ ਜਾਂਦਾ, ਉਹ ਕਿਹੜੀ ਕਰੰਸੀ ਲੱਗੀ ਤੁਹਾਨੂੰ? ਦੇਖਣ ਨੂੰ ਤਾਂ ਵੈਸੇ ਜਿਹੜੇ ਨਵੇਂ ਆ ਸਾਰੇ ਲੱਗਦੇ ਆ, ਲੇਕਿਨ ਜਦੋਂ ਤੁਸੀਂ ਇਹਨੂੰ ਸਰਕੂਲੇਸ਼ਨ ਦੇ ਵਿੱਚ ਲਿਆਉਂਦੇ ਹੋ ਕਾਫੀ ਦੇਰ ਚੱਲਦਾ, ਜਦੋਂ 2-4 ਮਹੀਨੇ 6 ਮਹੀਨੇ ਬਾਅਦ ਜਿਹੜਾ ਠੀਕ ਰਹਿੰਦਾ ਨੋਟ ਉਹੀ ਵਧੀਆ ਹੁੰਦਾ। ਉਹੀ ਹੈ ਜਿਹਦੇ ਵਿੱਚ ਪਲਾਸਟਿਕ ਨਾਲ ਮਿਕਸ ਹੈ ਜਿਹਨਾਂ ਦੇ ਵਿੱਚ। ਬੇਸਿਕਲੀ ਉਹ ਇੱਕ ਕਾਗਜ਼ ਹੈ। ਕਾਗਜ਼ ਜਿਹੜਾ ਹੈ, ਕਾਗਜ਼ ਨੂੰ ਜਿਹੜਾ ਹੈ ਉਹ ਮਤਲਬ ਵਧੀਆ ਨੂੰ ਜੇ ਵਰਤੋਗੇ ਤੇ ਉਹ ਜ਼ਿਆਦਾ ਦੇਰ ਚੱਲੇਗਾ, ਜਿੰਨੀ ਦੇਰ ਮਰਜ਼ੀ ਚਲਾਈ ਜਾਓ। ਨਹੀਂ ਤਾਂ ਫਟ ਜਾਂਦਾ, ਜਾਂ ਕਈ ਵਾਰੀ ਜਿਵੇਂ ਹੁਣ ਸਾਡੇ ਵਾਲੇ ਤੋਂ ਇੰਕ ਠੀਕ ਨਹੀਂ ਹੈ, ਉਹਦੀ ਇੰਕ ਜਿਹੜੀ ਹੈ ਮਿਟ ਜਾਂਦੀ ਹੈ। ਉਹ ਜਿਹੜੇ ਹੁਣੇ ਨਵੇਂ ਜੇ ਚੱਲੇ ਉਹਨਾਂ ਦੀ ਖਰਾਬ ਆ, ਪੁਰਾਣੇ ਤਾਂ ਠੀਕ ਹੁੰਦੇ ਸੀ। ਉਹ ਤਾਂ ਕਿਉਂਕਿ ਕਈ ਵਾਰੀ ਕੱਪੜੇ 'ਚ ਧੋਤੇ ਜਾਂਦੇ ਸੀ, ਉਵੇਂ ਪੈ ਰਹਿੰਦੇ ਸੀ। ਬਸ ਉਹੀ ਹੈ, ਇਹਦੇ ਜਿਹੜੇ ਹੁਣ ਵਾਲੇ ਇਹਨਾਂ 'ਚ ਪ੍ਰੋਬਲਮ ਆ ਰਹੀ ਹੈ ਸਾਨੂੰ ਜਿੰਨੇ ਮਰਜ਼ੀ ਦੇ। ਹੋਰ ਕੀ ਖਜ਼ਾਨਾ ਤੁਹਾਡੇ ਕੋਲ ਨਾਲ ਦੀ ਨਾਲ ਤੁਸੀਂ ਦਿਖਾਉਂਦੇ ਜਾਓ, ਕਿਉਂਕਿ ਨਵੀਂ ਪੀੜ੍ਹੀ ਨੇ ਤਾਂ ਇਹ ਬਿਲਕੁਲ ਦੇਖੇ ਨਹੀਂ ਹੋਣੇ ਹੈਗੇ ਆ। ਤੁਸੀਂ ਦੇਖ ਰਹੇ ਹੋ ਇਹ ਕੁਆਇਨ, ਇਹ ਵੀ ਵੱਖ-ਵੱਖ ਕੰਟਰੀਆਂ ਦੇ। ਇਹ ਪੁਰਾਣੇ ਵਾਲੇ ਜਿਹੜੇ ਤੁਸੀਂ ਕਹਿੰਦੇ ਹੋ, ਇਹ ਕਈ ਤਾਂ ਇਹ 50-60 ਸਾਲ ਪੁਰਾਣੇ, 100 ਸਾਲ ਪੁਰਾਣੇ ਵੀ ਹੋਣਗੇ, 100 ਸਾਲ ਤੋਂ ਉੱਤੇ ਵੀ ਪੁਰਾਣੇ ਹੋਣਗੇ ਜਿਹੜੇ ਹੈ ਇਹ ਚੀਜ਼ ਨੂੰ। ਤੁਹਾਡੇ ਕਦੇ ਪਰਿਵਾਰਕ ਮੈਂਬਰਾਂ ਜਾਂ ਤੁਹਾਡੀ ਵਾਈਫ ਨੇ, ਤੁਹਾਡੇ ਫਾਦਰ ਨੇ ਕਿਹਾ ਨਹੀਂ ਵੀ ਇਹ ਤੁਸੀਂ ਕਿਹੜੇ ਟੇਢੇ ਮੇਢੇ ਜਿਹੇ ਕੰਮਾਂ 'ਚ ਪੈ ਗਏ? ਸਟਾਰਟਿੰਗ ਦੇ ਵਿੱਚ ਥੋੜੀ ਬਹੁਤੀ ਪ੍ਰੋਬਲਮ ਆਈ ਸੀ, ਲੇਕਿਨ ਬੱਚਿਆਂ ਨੇ ਮੈਨੂੰ ਜ਼ਿਆਦਾ ਇਨਕਰੇਜ ਕੀਤਾ
ਵੀ ਇਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ, ਪੈਸੇ ਖਰਚ ਰਹੇ ਹੋ ਜਾਂ ਤੁਸੀਂ ਕਿਤੇ ਜਾ ਰਹੇ ਹੋ ਕੁਛ ਕਰ ਰਹੇ ਹੋ, ਇਹਨਾਂ ਨੇ ਕਿਹਾ ਵੀ ਤੁਹਾਡਾ ਸ਼ੌਕ ਹੈ ਤੁਸੀਂ ਪੂਰਾ ਕਰੋ। ਮੈਂ ਇਸ ਲਈ ਖੁਸ਼ਕਿਸਮਤ ਹਾਂ। ਸਪੋਰਟ ਮਿਲ ਗਈ ਤੁਹਾਨੂੰ ਜਿੰਨੀ ਤੁਹਾਨੂੰ ਲੋੜ ਸੀ। ਫਿਰ ਮੇਰੇ ਕੋਲ ਹੁਣ ਨੋਟ ਵੀ ਨੇ, ਉਹ ਫਾਈਲ ਦੇ ਕੋਲ ਇਹ ਜਿਹੜੇ ਹੈਗੇ ਆ ਤੁਸੀਂ ਦੇਖ ਰਹੇ ਹੋ, ਇਹ 20 ਰੁਪਏ ਜਿਹੜੇ ਸਭ ਤੋਂ ਪਹਿਲੇ ਆਪਣਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੇ ਚੱਲੇ ਸੀ ਜਦੋਂ। ਹਾਂਜੀ, ਇਹ ਉਦੋਂ ਦੇ ਅਲੱਗ-ਅਲੱਗ ਸਾਲਾਂ ਦੇ ਹੈਗੇ ਆ। ਇਹ ਆ ਜਿਹੜੇ ਲੇਟੈਸਟ 2-3 ਸਾਲ ਦੇ ਆ, ਉਹ ਨਹੀਂ ਲਾਏ ਹਲੇ ਮੈਂ, ਲੇਕਿਨ ਮੇਰੇ ਕੋਲ ਹੈ, ਮੌਜੂਦ ਹੈਗੇ ਨੇ। ਇਹ ਕਲੈਕਸ਼ਨ ਫਿਰ ਤੁਸੀਂ ਕਿਵੇਂ ਕਰਦੇ ਰਹੇ, ਕਿੱਥੋਂ ਕਰਦੇ ਰਹੇ? ਕਲੈਕਸ਼ਨ ਦੇ ਲਈ ਤਾਂ ਮੈਨੂੰ ਦੇਖੋ ਬੈਂਕਾਂ ਦੇ ਵਿੱਚ ਜਾ ਕੇ ਵੀ ਲੈਣੇ ਪੈਂਦੇ ਨੋਟ ਕਈ ਵਾਰ। ਫਿਰ ਯਾਰ ਦੋਸਤ ਹੈ ਜਿਹੜੇ, ਉਹਨਾਂ ਦੇ ਰਾਹੀਂ ਮੈਂ ਪੰਜਾਬ ਦੇ ਵਿੱਚ ਪੂਰੇ 'ਚ, ਹਿਮਾਚਲ ਦੇ, ਹਰਿਆਣਾ ਹੋ ਗਿਆ, ਦਿੱਲੀ ਹੋ ਗਿਆ, ਆਪਣਾ ਹਰਿਦੁਆਰ, ਇਸ ਸਾਈਡ 'ਤੇ ਮੈਂ ਗਿਆ। ਫਿਰ ਮੇਰੇ ਗਰੁੱਪ ਵੀ ਬਣੇ ਹੋਏ ਆ, ਸਾਡੇ ਕੋਇਨ ਕਲੈਕਟਰ ਗਰੁੱਪ ਬਣੇ ਹੋਏ ਆ। ਉਹਨਾਂ ਗਰੁੱਪਾਂ ਦੇ ਵਿੱਚ ਸਾਡੇ ਇੱਕ ਦੂਸਰੇ ਨਾਲ ਅਸੀਂ ਆਦਾਨ ਪ੍ਰਦਾਨ ਕਰਦੇ ਹਾਂ। ਉਹ ਵੱਖ-ਵੱਖ ਸਟੇਟਾਂ 'ਚ, ਬੰਬੇ, ਕਲਕੱਤਾ, ਹੈਦਰਾਬਾਦ, ਇਹ ਸਾਰੇ ਪਾਸੇ ਬਣੇ ਹੋਏ ਸਾਡੇ। ਇਹਦੀ ਫਿਰ ਕੀਮਤ ਕਿਵੇਂ ਤਾਰਦੇ ਹੋ ਤੁਸੀਂ, ਮਤਲਬ ਉਹਦੀ ਵੈਲਿਊ ਕਿਵੇਂ ਪਾਉਂਦੇ, ਪੁਰਾਣੇ ਸਿੱਕਿਆਂ ਦੀ, ਪੁਰਾਣੇ ਨੋਟਾਂ ਦੀ? ਕੁਛ ਤਾਂ ਅਸੀਂ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੀ ਕਰ ਲੈਂਦੇ ਹਾਂ, ਕੁਛ ਮੈਨੂੰ ਚਾਹੀਦੇ ਹੁੰਦੇ, ਕੁਛ ਉਹਨਾਂ ਨੂੰ ਚਾਹੀਦੇ ਹੁੰਦੇ, ਇੱਕ ਦੂਸਰੇ ਨਾਲ ਬਦਲਾ ਲੈਂਦੇ ਹਾਂ। ਕੁਛ ਜਿਹੜਾ ਹੈਗਾ ਉਹ ਉਸੇ ਹਿਸਾਬ ਨਾਲ, ਜਾਣੀ ਜਿਵੇਂ ਵੀ ਉਹਨਾਂ ਦਾ ਹੁੰਦਾ ਡਿਮਾਂਡ, ਉਸੇ ਹਿਸਾਬ ਨਾਲ ਆਪਾਂ ਪੂਰੀ ਕਰ ਲੈਂਦੇ ਹਾਂ। ਇਹ ਕਿਹੜਾ ਖਜ਼ਾਨਾ ਜਿਹੜਾ ਤੁਸੀਂ ਆ ਦਿਖਾ ਰਹੇ ਹੋ, 5 ਦੇ ਨੋਟ, 10 ਦੇ ਨੋਟ? ਇਹ ਜਿਹੜੇ ਹੁਣ ਦੇਖਿਆ ਤੁਸੀਂ 20 ਦਾ ਇਹ ਗੱਠੀ ਰੱਖੀ ਹੋਈ ਹੈ ਮੈਂ, ਵੀ ਇਹ ਬੰਦ ਹੋ ਚੁੱਕੀ ਹੈ ਹੁਣ। ਇਹ ਜਿਹੜੇ ਹੈ ਨੋਟ, ਇਹ ਵੀ ਮਤਲਬ ਕਿ ਮੇਰੀ ਤਾਂ ਰੱਖਿਆ ਵੀ ਫਿਰ ਆਦਾਨ ਪ੍ਰਦਾਨ 'ਚ ਕੰਮ ਆਉਣਗੇ ਵੱਧ, ਕਿਉਂਕਿ ਕਈ ਗਿਣਤੀਆਂ 'ਚ ਨੇ ਤਾਂ ਰੱਖਿਆ, ਬਸ ਸ਼ੌਕ ਹੈ ਇਹ ਵੀ। ਹੁਣ ਆ ਤੁਸੀਂ ਦੇਖੇ ਹੋਣੇ 10 ਰੁਪਏ ਦੇ, ਇਦਾਂ ਦੇ ਕਦੇ ਪਹਿਲੇ ਨਹੀਂ ਦੇਖੇ ਹੋਏਗੇ। ਹਾਂਜੀ, ਇਹ 5 ਰੁਪਏ ਦਾ ਨੋਟ ਹੈ। ਇਸ ਤਰ੍ਹਾਂ ਦਾ ਨੋਟ ਪਹਿਲੇ ਕਿਹੜੇ ਸੰਨ ਦੇ ਆ ਇਹ, ਮਤਲਬ? ਇਹ ਜਿਹੜੇ ਸਨ ਹੁਣ ਇਸ ਇਹ ਸਨ 50-50 ਦੇ ਨੇੜੇ ਤੇੜੇ ਦੇ ਆ। ਹਾਂਜੀ, ਉਵੇਂ ਦੇ ਦਿਖਾ ਦਿਓ ਜਿਹੜੇ ਦੁਰਲੱਭ ਨੇ, ਜਿਹੜੇ ਮਤਲਬ ਕਿ ਨਹੀਂ ਦੇਖੇ ਹੁਣ ਵਾਲੀ ਪੀੜ੍ਹੀ ਨੇ, ਜਾਂ ਕਹਿ ਲਓ ਹੋ ਸਕਦਾ ਤੁਸੀਂ ਵੀ ਨਾ ਉਹ ਦੇਖੇ ਹੁਣ, ਪਹਿਲਾਂ ਤੁਹਾਨੂੰ ਕਲੈਕਸ਼ਨ ਤੋਂ ਬਾਅਦ ਪਤਾ ਲੱਗਿਆ ਹੋਵੇ। ਹੁਣ ਇਹ 5 ਦੇ ਨੋਟ ਇਸ ਤਰ੍ਹਾਂ ਦੇ ਆਪਾਂ ਕਦੇ ਪਹਿਲੇ ਦੇਖੇ ਨਹੀਂ ਸੀ। ਇਹ ਆ 100 ਰੁਪਏ ਦਾ ਨੋਟ ਤੁਸੀਂ ਵੀ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਇਸੇ ਤਰ੍ਹਾਂ 2 ਰੁਪਏ ਦਾ ਨੋਟ ਹੈ, ਇਹ ਵੀ ਪਹਿਲੇ, ਇਹ ਵੀ ਆਏ ਨੇ 2 ਰੁਪਏ ਦੇ। ਇਹ ਤਾਂ ਆਮ, ਚਲੋ ਫਿਰ ਵੀ ਦੇਖ ਲੈਂਦੇ ਆ। ਇਹ 10 ਰੁਪਏ ਦੇ ਵੀ ਜਿਹੜੇ ਹੈਗੇ ਆ, ਇਹ ਵੀ ਕਾਫੀ ਪੁਰਾਣੇ ਹੋਣੇ, ਜਿਹੜੇ ਹੁਣ ਨਹੀਂ, ਰੇਅਰ ਮਿਲਦੇ ਆ, ਬਹੁਤ ਘੱਟ। ਇਹ ਜੇ ਚਲਾਉਣੇ ਚਾਹੋ ਵੈਸੇ ਚੱਲਦੇ ਆ ਇਹ ਕਿ ਨਹੀਂ, ਖਤਮ ਹੋ ਗਏ, ਮਤਲਬ ਉੱਦਾਂ ਮਾਰਕੀਟ 'ਚ ਜਾਓ? ਇਹ ਤਾਂ ਦਿੰਦਾ ਹੀ ਨਹੀਂ ਕੋਈ ਵੀ, ਬੰਦ ਹੋਏ ਹੋਏ ਨੇ। ਜਿਸ ਹੁੰਦੇ ਦਿੰਦਾ ਹੀ ਕੋਈ ਨਹੀਂ ਇਹ, ਕਿਉਂਕਿ ਇਹ ਕਲੈਕਸ਼ਨ ਵਾਸਤੇ ਰੱਖਦਾ। ਜਿਹੜਾ ਤੁਹਾਡੇ ਵਰਗਾ ਮੰਨ ਲਿਆ ਜਿਹਨੂੰ ਨਹੀਂ ਸ਼ੌਕ, ਉਹ ਇੱਕ ਦੂਸਰੇ ਨੂੰ ਦੇ ਦਿੰਦੇ ਆ। ਨਹੀਂ, ਇਹ ਨੋਟਬੰਦੀ ਦੀ ਭੇਟ ਚੜਨ ਤੋਂ ਬਾਅਦ ਇਹਨਾਂ ਦੀ ਵੈਲਿਊ ਖਤਮ ਨਹੀਂ ਹੋਈ? ਨੋਟਬੰਦੀ ਦੀ ਨਹੀਂ, ਇਹਨਾਂ ਦੀ ਐਸੀ ਕੋਈ ਗੱਲ ਨਹੀਂ। ਜਿਹੜੀ ਇਹ ਰੇਅਰ ਕਲੈਕਸ਼ਨ ਹੈ, ਇਹ ਤਾਂ ਇਹ ਤੁਸੀਂ ਜਦੋਂ ਮਰਜ਼ੀ ਆਦਾਨ ਪ੍ਰਦਾਨ ਕਰ ਲਓ, ਇਹਦੀ ਕੋਈ ਪ੍ਰੋਬਲਮ ਨਹੀਂ ਹੈ। ਇਹਨਾਂ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹ ਤਾਂ ਬੇਸਿਕਲੀ ਇਹ ਖਜ਼ਾਨਾ ਹੈ, ਅਸਲੀ ਖਜ਼ਾਨੇ ਨੇ ਇਹ। ਤੁਹਾਡੀ ਨੋਟਾਂ ਦੀ ਵਿਰਾਸਤ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਤੁਹਾਨੂੰ ਅਚੰਭਾ ਕਦੋਂ ਹੋਇਆ ਵੀ ਤੁਸੀਂ ਇੱਕ ਕਰੰਸੀ, ਜਿਵੇਂ ਸਿੱਕੇ ਵੀ ਹੈਗੇ ਆ, ਇਹ ਨੋਟ ਵੀ ਹੈਗੇ ਆ, ਕੁਛ ਚੀਜ਼ ਦੇਖ ਕੇ ਸਭ ਤੋਂ ਜ਼ਿਆਦਾ ਤੁਹਾਨੂੰ ਅਚੰਭਾ ਕਿਹੜੀ ਚੀਜ਼ ਤੋਂ ਲੱਗਿਆ, ਉਹ ਵੀ ਦੱਸੋ ਵੀ ਕੋਈ ਤੁਹਾਡੇ ਕੋਈ ਸਾਹਮਣੇ ਹੋਵੇ ਵੀ ਯਾਰ ਆਹ ਦੇਖ ਕੇ ਮੈਨੂੰ ਹੈਰਾਨੀ ਜੀ ਹੋਈ? ਇਸ ਤਰ੍ਹਾਂ ਦਾ ਮੇਰੇ ਕੋਲ ਚਾਂਦੀ ਵਾਲਾ ਜਿਹੜਾ ਸੀ ਮੇਰੇ ਕੋਲ, ਇਹ ਤੁਹਾਨੂੰ ਦੱਸਿਆ ਨਾ, ਇੰਡੋ ਬ੍ਰਿਟਿਸ਼ ਕੁਆਇਨ। ਇਹਦੇ ਵਿੱਚ ਕੀ ਹੈ ਵੀ ਮੈਂ ਯਾਰਾਂ ਦੋਸਤਾਂ ਤੋਂ ਜਦੋਂ ਇਕੱਠੇ ਕਰਦਾ ਸੀ, ਮੇਰੇ ਯਾਰਾਂ ਦੋਸਤਾਂ ਨੇ, ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਮੇਰੇ ਕੋਲ ਹੈਗੇ, ਤੁਸੀਂ ਮੇਰੇ ਤੋਂ ਲੈ ਲਓ। ਉਹ ਗਿਆ ਤੇ ਮੈਂ ਉਹ ਲਏ ਉਹਦੇ ਕੋਲੋਂ, ਕਿਉਂਕਿ ਜੋ ਕੀਮਤ ਸੀ, ਜੋ ਮਾਰਕੀਟ ਦੇ ਵਿੱਚ ਹੈਗੀ ਹੈ, ਜਾਂ ਸੁਨਿਆਰੇ ਤੋਂ ਲੈਂਦੇ ਆਪਾਂ, ਉਸੇ ਤਰ੍ਹਾਂ ਆਪਾਂ ਲਏ। ਇਸ ਤਰ੍ਹਾਂ ਨਹੀਂ ਵੀ ਕੋਈ ਉਹਦੇ ਕੋਲ ਕੋਈ ਬਹੁਤ ਜ਼ਿਆਦਾ ਕੀਮਤ ਦਿੱਤੀ ਉਹਨੂੰ, ਤੋਲੇ ਦੇ ਹਿਸਾਬ ਨਾਲ ਸਮਝ ਲਓ। ਤੇ ਉਹ ਜਦੋਂ ਦੇਖਿਆ ਵੀ ਇਹ ਬੜਾ ਰੇਅਰ ਸੀ ਮੇਰੇ ਵਾਸਤੇ, 1835 ਦਾ ਸੀ ਇਹ, ਉਹਨਾਂ ਵਾਸਤੇ ਉਹਦੀ ਕੋਈ ਵੈਲਿਊ ਨਹੀਂ ਸੀ। ਸੁਨਿਆਰੇ ਨੇ ਵੀ ਇਹ ਢਾਲ ਦੇਣਾ ਸੀ, ਢਾਲ ਕੇ ਆਪਣੇ ਸਮਾਨ ਬਣਾ ਲੈਂਦੇ ਅਗਲੇ। ਅੱਗੇ 1840 ਦਾ ਆ ਗਿਆ ਜਿਵੇਂ,
1862 ਦਾ ਔਨਵਰਡਸ ਜਿੱਦਾਂ ਇਸ ਤਰ੍ਹਾਂ ਹੈ। ਇਹ ਮੁਗਲਾਂ ਵੇਲੇ ਦੇ ਆ ਸਾਰੇ? ਨਹੀਂ, ਇਹ ਅੰਗਰੇਜ਼ਾਂ ਵੇਲੇ ਦੇ। ਹਾਂਜੀ, ਇਹ ਸਾਰੇ। ਇੱਕ ਜਗ੍ਹਾ ਮੇਰੇ ਕੋਲ ਇਸ ਤਰ੍ਹਾਂ ਦਾ ਵੀ ਆਇਆ ਕਿ ਕਿਸੇ ਯਾਰ ਦੋਸਤ ਨੇ ਗਲੇ 'ਚ ਪਾਇਆ ਹੋਇਆ ਸੀ ਇਹ ਕੋਇਨ, ਤਵੀਜ਼ ਟਾਈਪ ਬਣਾ ਕੇ ਉਹਨੇ ਪਾਇਆ ਸੀ। ਫਿਰ ਜਦ ਉਹਨੂੰ ਦੱਸਿਆ ਵੀ ਇਹ ਇਸ ਤਰ੍ਹਾਂ ਦੇ ਕੰਮਾਂ ਲਈ ਨਹੀਂ ਹੁੰਦਾ ਹੈ, ਇਹ ਸਾਂਭਣਯੋਗ ਚੀਜ਼ ਹੈ, ਫਿਰ ਉਹਨੇ ਮੈਨੂੰ ਇਹ ਦਿੱਤਾ। ਉਹਨੇ ਇਹਦਾ ਪੈਸਾ ਵੀ ਮੇਰੇ ਤੋਂ ਕੋਈ ਨਹੀਂ ਲਿਆ। ਫਿਰ ਨਿਸ਼ਾਨੀ ਹੋ ਗਈ। ਪਰ ਚਾਂਦੀ ਦੇ ਜਿਹੜੇ ਰੁਪਈਆਂ ਦੀ ਤਾਂ ਵੈਲਿਊ ਉਹ ਸੀ ਜਦੋਂ, ਕਿਉਂਕਿ ਚਾਂਦੀ ਮਹਿੰਗੀ ਹੋਣ ਲੱਗੀ, ਫਿਰ ਇਹ ਵਧੀਆ ਭਾਅ 'ਤੇ ਵਿਕਦੇ ਸੀ। ਜਿਹੜਾ ਇਹਨਾਂ ਦੇ ਮੁੱਲ ਸੀ ਚਾਂਦੀ ਦੇ ਨੋਟ ਦਾ, ਉਦੋਂ ਵੱਧ ਕੀਮਤ ਵਸੂਲੀ ਹੋਣ ਲੱਗੀ ਸੀ ਇਹਨਾਂ ਦੀ, ਮੈਨੂੰ ਲੱਗਦਾ। ਹਾਂ, ਆਮ ਜਿਹੜੇ ਨਾਰਮਲ ਸਿੱਕੇ ਆ ਚਾਂਦੀ ਦੇ, ਉਹਨਾਂ ਤੋਂ ਤਾਂ ਇਹਨਾਂ ਦੀ ਜ਼ਿਆਦਾ ਕੀਮਤ ਹੈ, ਕਿਉਂਕਿ ਇਹ ਪਿਓਰ ਵੀ ਹੈ ਅਤੇ ਇਹ ਵੈਸੇ ਵੀ 12 ਗ੍ਰਾਮ ਦਾ। ਇਹ ਤੋਲਾ ਉਦੋਂ 12 ਗ੍ਰਾਮ ਦਾ ਸੀ, ਉਹਦੇ ਕਰਕੇ। ਹੋਰ ਕੋਈ ਕੁਝ ਦਿਖਾਣੀ ਚਾਹੋ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ? 50 ਪੈਸੇ ਦੀ ਕਲੈਕਸ਼ਨ ਹੈ, ਉਹ ਮੈਂ ਇੱਕ ਰਿਕਾਰਡ ਬਣਾਉਣ ਵਾਸਤੇ ਕੀਤਾ ਸੀ। ਮੈਂ ਈਵਨ ਤੁਹਾਨੂੰ ਹੈਰਾਨਗੀ ਹੋਏਗੀ ਸੁਣ ਕੇ ਵੀ ਮੈਂ ਜਦੋਂ ਇਹਨਾਂ ਨੂੰ ਕੋਇਨਸ ਅਪਲਾਈ ਕੀਤਾ 2016 ਲਾਸਟ ਵਿੱਚ ਅਪਲਾਈ ਕੀਤਾ, ਮੁੜ ਕੇ ਮੈਂ ਭੁੱਲ ਗਿਆ। ਵਿੱਚ ਮੈਨੂੰ ਕੋਈ ਥੋੜ੍ਹੀ ਬਹੁਤੀ ਪ੍ਰੋਬਲਮ ਵੀ ਆ ਗਈ ਸੀ ਪਰਿਵਾਰ ਦੇ ਵਿੱਚ, ਮੈਂ ਉੱਥੇ ਉਹ ਨਹੀਂ ਕਰ ਸਕਿਆ ਵੀ ਚੈੱਕ ਨਹੀਂ ਕਰ ਸਕਿਆ। ਤੁਸੀਂ ਹੈਰਾਨ ਹੋਵੋਗੇ ਕਿ ਹੁਣ ਕੁਝ ਦਿਨ ਪਹਿਲਾਂ ਆਪਾਂ ਗਿਨੀਜ਼ ਬੁੱਕ ਵਾਸਤੇ ਟਰਾਈ ਕਰ ਰਹੇ ਸੀ ਵੀ ਚੱਲ ਆਪਾਂ ਦੇਖੀਏ ਕੋਈ ਨਵਾਂ ਰਿਕਾਰਡ ਕਿਆ ਬਣਾ ਸਕਦੇ ਹਾਂ। ਆਪਾਂ ਉਹ ਸਰਚ ਕਰਦੇ ਕਰਦੇ ਬੇਟੇ ਨੇ ਮੇਰੇ ਨਾਲ ਗੂਗਲ 'ਤੇ ਪਾਇਆ ਅਤੇ ਪਾ ਕੇ ਦੇਖਿਆ, ਅਤੇ ਉਹਦੇ 'ਚ ਮੇਰਾ ਨਾਮ ਪਾ ਕੇ ਕੋਇਨਸ ਲਿਖਿਆ, ਤਾਂ ਮੇਰਾ ਜਿਹੜਾ ਹੈ ਲਿਮਕਾ ਬੁੱਕ ਦੇ ਵਿੱਚ ਮੇਰਾ ਨਾਮ ਆਲਰੇਡੀ 2017 'ਚ ਆ ਗਿਆ ਹੋਇਆ। ਇਹ ਸਾਨੂੰ ਵੀ ਹੁਣੇ ਪਤਾ ਲੱਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ। ਹਾਂਜੀ, ਤੁਸੀਂ ਜਿਵੇਂ ਆਪਾਂ ਕਹਿੰਦੇ ਕਿ ਕਰਮ ਕਰੋ, ਜਿਹੜੀ ਫਲ ਦੀ ਇੱਛਾ ਮਤ ਰੱਖੋ। ਆਪਣਾ ਸ਼ੌਕ ਮੈਂ ਜਾਰੀ ਰੱਖਿਆ। ਮੇਰਾ ਹਾਲੇ ਵੀ ਮੇਰਾ ਸਫ਼ਰ ਜਾਰੀ ਹੈ ਇਸ ਤਰ੍ਹਾਂ ਦਾ ਸਿੱਕਿਆਂ ਦਾ। ਇਹਦੇ ਵਿੱਚ ਮੈਨੂੰ ਹੁਣ ਇਹ ਫਾਇਦਾ ਹੋ ਰਿਹਾ ਕਿ ਮੇਰੇ ਬੱਚੇ ਮੈਨੂੰ ਨਾਲ ਸਪੋਰਟ ਕਰ ਰਹੇ, ਖਾਸ ਕਰਕੇ ਜਿਹੜੇ ਕੋਇਨ ਰੇਅਰ ਨੇ, ਜਿਨ੍ਹਾਂ ਦਾ ਮੈਨੂੰ ਪਤਾ ਹੀ ਨਹੀਂ ਹੈ ਕੋਇਨਾਂ ਦਾ। ਰਾਣਾ ਜੀ ਦੱਸੋ, ਜਿਹੜੇ ਜਿਵੇਂ ਆ ਪਏ ਨੇ ਵੱਡੀ ਗਿਣਤੀ ਦੇ ਵਿੱਚ ਸਿੱਕੇ, ਇਹ ਫਿਰ ਕਿਉਂਕਿ ਕਲੈਕਸ਼ਨ ਆਪਾਂ ਕਰਦੇ ਹਾਂ, ਇੱਕ ਇੱਕ ਦੋ ਦੋ ਚਾਰ ਚਾਰ ਵੀ ਚਲੋ ਇੱਕ ਸੰਭਾਲ ਲਿਆ, ਇੰਨੀ ਵੱਡੀ ਗਿਣਤੀ 'ਚ ਤੁਸੀਂ ਵੀ ਸੰਭਾਲੇ ਹੋਣੇ, ਇਹਦੇ ਪਿੱਛੇ ਕੀ ਲੌਜਿਕ ਹੈ? ਇਹਦੇ ਪਿੱਛੇ ਮੈਂ ਸਿਰਫ ਇੱਕ ਰਿਕਾਰਡ ਬਣਾਉਣ ਵਾਸਤੇ ਕੀਤਾ ਸੀ। ਮੈਂ ਦੇਖਿਆ ਸੀ ਕਿ ਕਿਸੇ ਨੇ ਪਹਿਲੇ 36,000 ਕੁਛ ਕੋਇਨ ਜਿਹੜੇ ਹੈਗੇ ਆ ਉਹਨਾਂ ਦਾ ਰਿਕਾਰਡ ਬਣਾਇਆ ਸੀ 50 ਪੈਸੇ ਦਾ। ਮੈਂ ਕਿਹਾ ਸੀ ਵੀ ਮੈਂ ਕੋਈ ਐਸਾ ਰਿਕਾਰਡ ਬਣਾਉਣਾ ਚਾਹੁੰਦਾ ਜਿਹਦੇ ਨਾਲ ਜਾਣੀ ਆਮ ਜਲਦੀ ਤੋੜ ਨਾ ਸਕੇ। ਇਸ ਕਰਕੇ ਮੈਂ ਉਸ ਵੇਲੇ 80,000 ਕੋਇਨ ਬਣਾਏ ਸੀ। 80,000 ਕੋਇਨ ਕਲੈਕਟ ਕਰਕੇ ਅਤੇ ਮੈਂ ਉਹਦਾ ਰਿਕਾਰਡ ਬਣਾਇਆ, ਜਿਹੜਾ ਕਿ ਲਿਮਕਾ ਬੁੱਕ ਦੇ 'ਚ 2017 'ਚ ਆ ਚੁੱਕਾ। ਇਹਦੀ ਉੱਦਾਂ ਕੀਮਤ ਕਿੰਨੀ ਹੋਣੀ ਹੈ ਇਹ ਸਿੱਕਿਆਂ ਦੀ, ਕਿਉਂਕਿ ਉਹ ਵੀ ਤਾਂ ਹਜ਼ਾਰਾਂ 'ਚ ਬਣ ਜੂ? ਜਿਵੇਂ ਹੁਣ 80,000 ਦੀ 40,000 ਰੁਪਏ ਕੀਮਤ ਹੈ, ਕੋਈ ਬਹੁਤ ਜ਼ਿਆਦਾ ਕੀਮਤ ਨਹੀਂ ਇਹਦੀ, ਕੋਈ ਹੋਰ ਨਹੀਂ, ਕਿਉਂਕਿ ਉਹ ਅੱਧੇ ਹੋ ਗਿਆ। ਹਾਂਜੀ, ਅਤੇ ਮੇਰੇ ਕੋਲ ਵੈਸੇ ਜ਼ਿਆਦਾ ਹੈ, 80,000 ਤੋਂ ਜ਼ਿਆਦਾ ਹੀ ਹੈ ਮੇਰੇ ਕੋਲ, 85-90,000 ਦੇ ਕਰੀਬ ਇਹੀ ਸਿੱਕੇ। ਇਕੱਲੇ 50 ਪੈਸੇ ਦੇ ਸਿੱਕੇ ਆਏ, ਇੰਨੇ ਤਾਂ ਇਕੱਠੇ ਕਰਨੇ ਵੀ ਔਖੇ ਆ ਵੈਸੇ? ਨਹੀਂ, ਇਕੱਠੇ ਕਰਨ ਨੂੰ ਤਾਂ ਦੇਖੋ ਤੁਹਾਨੂੰ ਉਹੀ ਦੱਸਾਂ ਵੀ ਪੈਸੇ ਹੋਣੇ ਚਾਹੀਦੇ ਕੋਲ, ਅਤੇ ਤੁਸੀਂ ਜਿਵੇਂ ਮਰਜ਼ੀ ਕਰ ਲਓ, ਇਹਦੇ 'ਚ ਕੋਈ ਐਸੀ ਕੋਈ ਗੱਲ ਨਹੀਂ। ਜਿਹੜਾ ਤੁਹਾਡਾ ਇੱਕ ਕਵੀ ਮਨ ਵੀ ਹੈ, ਕਵਿਤਾਵਾਂ ਵੀ ਲਿਖਦੇ ਹੋ, ਕਹਾਣੀਆਂ ਵੀ ਲਿਖਦੇ ਹੋ, ਉਹ ਲਿਖਣੀ ਵੱਲ ਫਿਰ ਤੁਸੀਂ ਕਦੋਂ ਗਏ? ਇਹ ਸ਼ੌਕ ਨਾਲ ਨਾਲ ਚੱਲਿਆ? ਇਹ ਮੇਰਾ ਜਿਹੜਾ ਸ਼ੌਕ ਸੀ ਇਹ ਬੇਸਿਕਲੀ ਤਾਂ ਸੀ ਮੇਰਾ ਕਾਲਜ ਟਾਈਮ ਤੋਂ ਸ਼ੌਕ, ਲੇਕਿਨ ਹੋਇਆ ਕੀ ਹੈ ਕਾਲਜ ਟਾਈਮ 'ਚ ਜਦੋਂ ਮੈਂ ਥੋੜ੍ਹਾ ਜਿਹਾ ਜਵਾਨੀ ਦੇ ਵਿੱਚ ਸੀ, ਉਦੋਂ ਕਵਿਤਾਵਾਂ ਉਵੇਂ ਦੀਆਂ ਲਿਖਦਾ ਸੀ। ਫਿਰ ਮੈਨੂੰ ਇਹ ਲੱਗਿਆ ਕਿ ਵੀ ਘਰ ਦੇ ਸੋਚਣਗੇ ਪਤਾ ਨਹੀਂ ਇਹ ਪਿਆਰ ਦੇ ਚੱਕਰ 'ਚ ਪਿਆ ਜਾਂ ਕੀ ਹੈ। ਮੈਂ ਉਹ ਸਾਰੀ ਲਿਖੀ ਲਿਖਾਈ, ਮੇਰੇ ਕੋਲ ਘੱਟੋ ਘੱਟ 100 ਕਵਿਤਾ ਸੀ, ਮੈਂ ਪਾੜ ਦਿੱਤੀ ਉਹ। ਅਤੇ ਉਸ ਤੋਂ ਬਾਅਦ ਫਿਰ ਹੁਣ ਮੈਨੂੰ ਲੱਗਿਆ ਵੀ ਨਹੀਂ, ਮੈਨੂੰ ਕਰਨਾ ਚਾਹੀਦਾ। ਪਰ ਇਹਦੇ ਵਿੱਚ ਜਿਹੜਾ ਹੈ ਇਸ ਲੇਖਣੀ 'ਚ ਉਸ ਲੇਖਣੀ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਕੀ ਪੇਸ਼ ਕੀਤਾ ਹੈ ਜਿਹੜੀਆਂ ਤੁਹਾਡੇ ਸਾਹਿਤ ਰਾਹੀਂ ਤੁਸੀਂ ਨੇ, ਕੀ ਮੈਸੇਜ ਹੈ ਇਹਦੇ ਵਿੱਚ? ਮੇਰੇ 'ਚ ਮੈਂ ਮੇਰੀਆਂ 2 ਕਿਤਾਬਾਂ ਆ ਚੁੱਕੀਆਂ, ਇੱਕ ਮਿੰਨੀ ਕਹਾਣੀਆਂ ਦੀ ਹਲਫਨਾਮਾ ਅਤੇ ਤਲਖ ਹਕੀਕਤ ਜਿਹੜੀ ਹੈ ਪੋਇਮਾਂ ਦੀ। ਇਹਦੇ 'ਚ ਸਾਰੇ ਜਿਹੜੇ ਸਮਾਜਿਕ ਬੁਰਾਈਆਂ ਨੇ, ਜਿਹੜਾ ਸਮਾਜ 'ਚ ਚੱਲ ਰਿਹਾ ਹੈ। ਹਰ ਮਿੰਨੀ ਕਹਾਣੀਆਂ ਉਹ ਵੀ ਦੇਖੀਆਂ ਨੇ ਮੈਂ, ਉਹ ਜਿਹੜੇ ਵਹਿਮ ਭਰਮ ਨੇ ਉਹਦੇ ਬਾਰੇ ਤੁਸੀਂ ਕਾਫੀ ਮਤਲਬ ਵੱਡੇ ਨਿਸ਼ਾਨੇ ਲਾਏ ਨੇ, ਤੁਸੀਂ ਉਹਨਾਂ ਨੂੰ ਠਿੱਠ ਕਰ ਰਹੇ ਹੋ ਜਿਹੜੇ ਵਹਿਮਾਂ ਭਰਮ 'ਚ ਗ੍ਰਸਤ ਲੋਕ ਨੇ। ਇੱਕ ਕੋਈ ਕਹਾਣੀ ਦਾ ਖਾਸ ਦਾ ਕੋਈ ਜ਼ਿਕਰ ਕਰੋ ਜਿੱਥੋਂ ਤੁਸੀਂ ਲਿਖੀ ਅਤੇ ਜਿੱਥੋਂ ਤੁਸੀਂ ਲੋਕਾਂ ਨੂੰ ਕੁਝ ਸਮਝਾ ਸਕੋ ਵੀ ਇੱਦਾਂ ਵਹਿਮਾਂ ਭਰਮ 'ਚ ਨਾ ਪਾਓ। ਵਹਿਮਾਂ ਭਰਮਾਂ ਦੇ ਵਿੱਚ ਇਸ ਤਰ੍ਹਾਂ ਹੈ ਵੀ ਬਾਬਿਆਂ ਵਾਲੀ ਹੈ ਇੱਕ ਇਹਦੀ ਕਹਾਣੀ ਮੇਰੀ ਲਿਖੀ ਹੋਈ ਵੀ ਇੱਕ ਜਿਹੜਾ ਛੋਟਾ ਜਿਹਾ ਬੱਚਾ ਹੁੰਦਾ, ਸਕੂਲ ਜਾਂਦਾ, ਪੜ੍ਹਦਾ, ਉਹ ਪੜ੍ਹਦੇ ਪੜ੍ਹਦੇ ਕੀ ਹੈ ਨਲਾਇਕ ਹੁੰਦਾ ਪੜ੍ਹਨ 'ਚ, ਟੀਚਰ ਉਹਨੂੰ ਕੁੱਟਦੇ ਮਾਰਦੇ ਉਹ ਛੱਡ ਦਿੰਦਾ। ਛੱਡ ਕੇ ਉਸ ਤੋਂ ਬਾਅਦ ਕੀ ਹੁੰਦਾ, ਉਹ ਕਿਸੇ ਬਾਬੇ ਦੇ ਮਗਰ ਲਾ ਜਾਂਦਾ। ਬਾਬਾ ਪੂਰਾ ਹੁੰਦਾ ਅਤੇ ਉਹਨੂੰ ਗੱਦੀ 'ਤੇ ਬਿਠਾ ਦਿੰਦੇ। ਉਹ ਬੰਦੇ
ਉਹ ਜਿਹੜੇ ਮਾਸਟਰ ਨੂੰ ਕੁੱਟਦੇ ਹੁੰਦੇ ਉਹੀ ਮਾਸਟਰ ਉਹਨਾਂ ਨਾਲ ਜਿਹੜੇ ਹੈਗੇ ਆ ਮੱਥਾ ਟੇਕਦੇ ਉਹਦੇ ਅੱਗੇ ਆ ਕੇ ਉਹਦੇ ਕੋਲ ਪੁੱਛਿਆ ਲੈਂਦੇ ਆ ਵੀ ਇਹ ਮੈਂ ਇੱਕ ਸੁਨੇਹਾ ਦਿੱਤਾ ਹੋਇਆ ਕਿ ਤੁਹਾਨੂੰ ਬਾਬਿਆਂ ਦੇ ਕੋਲ ਜਿਹੜਾ ਹੈ ਜਿਹਦੇ ਕੋਲ ਕਿਸੇ ਕੋਲ ਕੋਈ ਗਿਆਨ ਹੈ ਉਹ ਤਾਂ ਤੁਸੀਂ ਲੈ ਲਓ, ਜਿਹੜੇ ਅਨਪੜ੍ਹ ਲੋਕ ਆ ਜਿਨ੍ਹਾਂ ਨੂੰ ਤੁਸੀਂ ਪਹਿਲੇ ਆਪ ਹੀ ਦੁਰਕਾਰਿਆ ਹੁੰਦਾ ਵੀ ਉਹ ਬੰਦਾ ਤੁਹਾਨੂੰ ਕਿਹੜਾ ਗਿਆਨ ਦਊਗਾ। ਜਦੋਂ ਗਿਆਨਵਾਨ ਲੋਕ, ਗਿਆਨ ਵੰਡਣ ਵਾਲੇ ਲੋਕ ਅੰਧ ਵਿਸ਼ਵਾਸੀ ਹੋ ਜਾਣ ਉਦੋਂ ਫਿਰ ਸਮਾਜ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ 'ਤੇ ਵੀ ਸਵਾਲ ਖੜੇ ਹੋ ਜਾਂਦੇ। ਬਿਲਕੁਲ ਜੀ, ਉਹ ਤਾਂ ਹੈ ਹੀ ਹੈ। ਤੇ ਮੈਂ ਯਾਨੀ ਹਰ ਵਰਗ ਨੂੰ ਟੱਚ ਕੀਤਾ ਹੈ। ਉਹਦੇ 'ਚ ਨੇਤਾ ਲੋਕ ਜਿਹੜੇ ਅੱਜ ਕੱਲ੍ਹ ਕਰਦੇ ਆ, ਡਾਕਟਰ ਜਿਹੜੇ ਕਰਦੇ ਆ, ਜਿਵੇਂ ਹੁਣ ਕਮਿਸ਼ਨ ਐਡੇ ਐਡੇ ਵੱਡੇ ਲੈਂਦੇ ਆ, ਕੋਈ ਵੀ ਬਿਮਾਰੀ ਨਹੀਂ ਹੁੰਦੀ ਉਹਦੇ ਬਾਵਜੂਦ ਉਹਦਾ ਆਪਰੇਸ਼ਨ ਕਰ ਦਿੰਦੇ ਨੇ। ਜਾਂ ਬਿਜਲੀ ਬੋਰਡ ਦੀ ਲੈ ਲਓ ਤੁਸੀਂ, ਬਿਜਲੀ ਬੋਰਡ ਦੇ ਦੱਸਿਆ ਹੈ ਵੀ ਚੋਰੀ ਕਿਵੇਂ ਕਰਾਉਂਦੇ ਨੇ ਇਹ, ਜਿਹੜੇ ਪੁਲਿਸ ਵਾਲੇ ਚੋਰੀ ਕਰਦੇ ਆ, ਥਾਣੇ ਚੋਰੀ ਹੋ ਰਹੀ ਬਿਜਲੀਆਂ ਦੀ, ਫਲਾਣਾ ਹੁੰਦਾ ਜੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ। ਜਿਹੜਾ ਕੋਈ ਗਰੀਬ ਕੋ ਚੋਰੀ ਕਰਦਾ ਉਹਨੂੰ ਉਸੇ ਵੇਲੇ ਫੜ ਲੈਂਦੇ ਆ, ਦੂਜਿਆਂ ਤੋਂ ਮਹੀਨਾ ਵਸੂਲੀ ਕਰਦੇ ਆ। ਉਹ ਮੈਂ ਸਾਰਾ ਇਹਦੇ 'ਚ ਇਹੀ ਕੀਤਾ ਹੋਇਆ ਵੀ ਮਤਲਬ ਨੇਤਾ ਲੋਕ ਕਿਵੇਂ ਪੈਸੇ ਇਕੱਠੇ ਕਰਦੇ ਆ, ਸ਼ੋਸ਼ਣ ਲੋਕਾਂ ਦਾ ਕਿਵੇਂ ਕਰਦੇ ਆ, ਵਾਅਦੇ ਕਿਵੇਂ ਕਰਦੇ, ਧਰਮ ਦੇ ਨਾਂ 'ਤੇ ਕਿਵੇਂ ਲੜਾਉਂਦੇ ਨੇ ਇਹ ਲੋਕ, ਸਾਰਾ ਉਹਦੇ 'ਚ। ਪੱਤਰਕਾਰੀ ਦੇ ਨਾਲ ਨਾਲ ਤੁਹਾਨੂੰ, ਕਿਉਂਕਿ ਤੁਸੀਂ ਐਵੇਂ ਦੇ ਲੋਕਾਂ ਨੂੰ ਜ਼ਿਆਦਾ ਮਿਲਦੇ ਹੋ, ਸਰਕਲ ਵੱਧ ਜਾਂਦਾ ਹੈ, ਜ਼ਿਆਦਾ ਸਿੱਖਣ ਨੂੰ ਮਿਲਿਆ ਹੋਣਾ, ਜ਼ਿਆਦਾ ਤੁਹਾਨੂੰ ਉਦਾਹਰਨਾਂ ਮਿਲੀਆਂ ਹੋਣੀਆਂ ਜਿਹਦੇ ਨਾਲ ਤੁਹਾਨੂੰ ਇਹ ਤੁਹਾਡੀ ਕਲਾ ਜਿਹੜੀ ਨਿਖਰੀ। ਮੈਂ ਦੇਖੋ ਜੀ, ਵਾਕਫੀਅਤ ਜਿਵੇਂ ਜਿਵੇਂ ਵੱਧਦੀ ਹੈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਨੂੰ ਮਿਲਦੇ, ਤੁਹਾਨੂੰ ਤੁਹਾਡੇ ਉਹਦੇ ਕੋਲੋਂ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਮਿਲਦਾ। ਇਹ ਜ਼ਿੰਦਗੀ ਦੇ ਵਿੱਚ ਤੁਹਾਡੇ ਆਖਰੀ ਪੜਾਅ ਤੱਕ ਤੁਹਾਨੂੰ ਜਿਹੜਾ ਹੈ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਜਿਹੜਾ ਕਿ ਮੈਂ ਰੋਜ਼ ਸਿੱਖਦਾ, ਹਰ ਰੋਜ਼ ਹਾਲੇ ਵੀ ਸਿੱਖ ਰਿਹਾ। ਕਿੰਨੀਆਂ ਕੁ ਕਵਿਤਾਵਾਂ ਲਿਖੀਆਂ ਹੋਣੀਆਂ ਹੁਣ ਤੱਕ ਤੁਸੀਂ ਅੰਦਾਜ਼ਾ? ਮੈਂ 150 ਕਵਿਤਾ ਲਿਖ ਚੁੱਕਾ, ਜਿਹਦੇ 'ਚ ਮੇਰੀ 80 ਤੋਂ ਉੱਪਰ ਇੱਧਰ ਆ ਚੁੱਕੀਆਂ। ਬਾਕੀ ਮੇਰੇ ਕੋਲ ਪਈਆਂ ਹਾਲੇ 2 ਕਿਤਾਬਾਂ ਮੇਰੀਆਂ, ਇੱਕ ਮਿੰਨੀ ਖਾਣਿਆਂ ਦੀ ਹੋਰ ਤੇ ਇੱਕ ਪੋਇਟਰੀ ਦੀ, ਦੋਨੇ ਜਿਹੜੀਆਂ ਹੈ ਮੇਰੀਆਂ। ਉਹ ਕੋਸ਼ਿਸ਼ ਹੈ ਮੇਰੀ ਕਿ ਇਸ ਸਾਲ ਦੇ ਐਂਡ ਤੱਕ ਮੈਂ ਉਹ ਕਰਦਾ। ਜਿਹੜੇ ਤੁਹਾਡੇ 2 ਸ਼ੌਕ ਨਾਲ ਨਾਲ ਚੱਲ ਰਹੇ ਨੇ ਤੇ ਦੋਨੇ ਪੁਰਾਣੇ ਆ ਕਾਫੀ, ਤੇ ਕਦੋਂ ਤੱਕ ਨਿਭਣਗੇ ਤੁਹਾਨੂੰ ਤੁਸੀਂ ਕੋਈ ਸੋਚਿਆ ਹੁਣ? ਇਹ ਤਾਂ ਆਖਰੀ ਦਮ ਤੱਕ ਨਿਭਣਗੇ। ਇਹ ਤਾਂ ਮੇਰਾ ਜਾਣੀ ਹੁਣ ਇਹ ਸ਼ੌਕ ਹੈ, ਇਹ ਮੇਰਾ ਕਦੇ ਖਤਮ ਨਹੀਂ ਹੋ ਸਕਦਾ ਹੈ। ਜਿਹੜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈ, ਪੰਜਾਬ ਦੇ ਜਿਹੜਾ ਨੌਜਵਾਨਾਂ ਦੀਆਂ 2 ਦਿੱਕਤਾਂ ਨੇ, ਇੱਕ ਤਾਂ ਨਸ਼ਿਆਂ ਦਾ ਹੈਗਾ, ਇੱਕ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਕਾਰਨ ਫਿਰ ਉਹ ਬਾਹਰ ਜਾਂਦੇ ਆ। ਇੱਥੇ ਤੁਸੀਂ ਕਿਉਂਕਿ ਜਿਹੜਾ ਸਾਹਿਤਕਾਰ ਹੁੰਦਾ ਹੈ ਉਹ ਸਮਾਜ ਦੇ ਜਿਹੜੇ ਮਾੜੇ ਵਰਤਾਰੇ ਆ ਉਹਦੇ ਬਾਰੇ ਵੀ ਸੋਚਦਾ, ਸਮੱਸਿਆਵਾਂ ਬਾਰੇ ਵੀ ਜ਼ਰੂਰ ਸੋਚਦਾ। ਇਹਨਾਂ ਤੁਹਾਡੀਆਂ ਨਜ਼ਰਾਂ 'ਚ ਕੀ ਹੱਲ ਹੈ ਦੋਨੇ ਸਮੱਸਿਆਵਾਂ? ਨਜ਼ਰਾਂ ਦੇ ਹੱਲ ਤਾਂ ਇਹੀ ਹੈ ਕਿ ਨੌਜਵਾਨਾਂ ਨੂੰ ਜਿਹੜਾ ਹੈ ਨਸ਼ਿਆਂ ਤੋਂ ਹਟ ਕੇ ਜਿਹੜਾ ਹੈ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ। ਦੂਸਰਾ, ਜਦੋਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਦੇ ਵੀ ਹਾਂ ਤੇ ਕੰਮ ਵੀ ਕਰਦੇ ਹਾਂ, ਕਿਉਂ ਨਾ ਅਸੀਂ ਇੱਥੇ ਕੰਮ ਕਰੀਏ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਅਸੀਂ ਇੱਥੇ BA ਕਰ ਲੈਂਦੇ ਹਾਂ, ਅਸੀਂ ਸੋਚਦੇ ਨੌਕਰੀ ਸਾਨੂੰ 50,000 ਦੀ ਮਿਲ ਜੇ। ਜਦੋਂ ਅਸੀਂ ਬਾਹਰ ਜਾ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਸਕਦੇ, ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ? ਲੋਕੀ ਖੇਤੀ ਨੂੰ ਛੱਡਦੇ ਜਾ ਰਹੇ ਆ, ਲੋਕਾਂ ਤੋਂ ਕੰਮ ਕਰਾਉਂਦੇ ਆ, ਪ੍ਰਵਾਸੀ ਮਜ਼ਦੂਰਾਂ ਤੋਂ। ਹੁਣ ਕਰੋਨਾ ਮਹਾਮਾਰੀ ਨੇ ਸਾਨੂੰ ਇੱਕ ਸਿਖਾਤਾ ਵੀ ਜੇ ਅਸੀਂ ਆਤਮ ਨਿਰਭਰ ਨਹੀਂ ਹੋਵਾਂਗੇ, ਮਿਹਨਤੀ ਨਹੀਂ ਹੋਵਾਂਗੇ, ਅਸੀਂ ਸ਼ੋਅ ਆਫ ਨਹੀਂ ਕਰਾਂਗੇ, ਘੱਟ ਤੋਂ ਘੱਟ ਖਰਚਾ ਕਰਾਂਗੇ, ਤਾਂ ਅੱਗੇ ਜਾ ਕੇ ਅਸੀਂ ਜਿਹੜਾ ਹੈ ਉਹ ਸਫਲ ਰਹਾਂਗੇ, ਨਹੀਂ ਤਾਂ ਸਾਡੇ ਦੇਸ਼ ਦਾ ਬਹੁਤ ਮਾੜਾ ਹਾਲ ਹੋਣਾ। ਅੱਛਾ, ਜਿਹੜਾ ਤੁਹਾਡਾ ਇਹ ਸ਼ੌਕ ਹੈ ਸਿੱਕੇ ਇਕੱਠੇ ਕਰਨ ਦਾ, ਕਿਉਂਕਿ ਇਹ ਵੀ ਇੱਕ ਇਤਿਹਾਸ ਹੁੰਦਾ, ਇਹਦੇ ਰਾਹੀਂ ਪਤਾ ਲੱਗਦਾ ਜਦੋਂ ਕਿਸੇ ਕਰੰਸੀ ਦੀ ਗੱਲ ਚੱਲਦੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਆਰਥਿਕਤਾ ਕਿਹੋ ਜਿਹੀ ਸੀ, ਕਿਵੇਂ ਵਪਾਰ ਹੁੰਦਾ ਸੀ, ਵਪਾਰ ਕਿੱਥੇ ਤੱਕ ਪਹੁੰਚਿਆ ਹੋਇਆ ਸੀ। ਇਹਦੇ ਬਾਰੇ ਸਟੱਡੀ ਕਰਦੇ ਆ ਸਟੂਡੈਂਟ, ਉਹਨਾਂ ਲਈ ਤੁਸੀਂ ਪੂਰੀ ਖੁੱਲ੍ਹ ਦਿਓਗੇ ਤੁਹਾਡੇ ਜਿਹੜੇ ਸਿੱਕੇ ਆ ਦੇਖ ਸਕਣ, ਆਪਦੀ ਸਟੱਡੀ ਦਾ ਹਿੱਸਾ ਬਣਾ ਸਕਣ? ਹਾਂਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਤਾਂ ਜੇ ਕੋਈ ਯੂਨੀਵਰਸਿਟੀ ਕੋਈ ਮਤਲਬ ਮੈਨੂੰ ਕੋਈ ਕਹੇਗੀ ਤੇ ਮੈਂ ਆਪਣੇ ਸਾਰੇ ਸਿੱਕੇ ਉਹਨਾਂ ਨੂੰ ਸਮਰਪਿਤ ਵੀ ਕਰ ਸਕਦਾ, ਕੋਈ ਐਸੀ ਕੋਈ ਗੱਲ ਨਹੀਂ। ਮੈਨੂੰ ਕੋਈ ਇਹ ਨਹੀਂ ਹੈ ਵੀ ਮੈਂ ਇਹ ਜੇ ਚੀਜ਼ ਲਈ ਬਣਾਈ ਹੈ, ਇਹ ਮਿਹਨਤ ਕੀਤੀ ਹੈ, ਮੈਂ ਚਾਹੁੰਦਾ ਇਹ ਸਦੀਵੀ ਰਹੇ, ਇਹ ਸੁਰੱਖਿਅਤ ਹੱਥਾਂ ਦੇ ਵਿੱਚ ਆਵੇ ਤਾਂ ਕਿ ਜਿਹੜਾ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਹੈ ਇੱਥੋਂ ਕੁਝ ਮਿਲ ਸਕੇ। ਜਿਹੜੇ ਸਰਕਾਰੀ ਮਿਊਜ਼ੀਅਮ ਹੁੰਦੇ ਆ, ਜਿਵੇਂ ਪਟਿਆਲੇ ਇੱਕ ਮੈਡਲ ਗੈਲਰੀ ਹੈ, ਕਾਫੀ ਮੈਡਲ ਨੇ ਦੁਨੀਆ ਭਰ ਦੇ, ਐਵੇਂ ਦੇ ਕੋਈ ਸਰਕਾਰ ਨੇ ਕੋਈ ਐਵੇਂ ਦੀ ਰੱਖੀ ਹੋਈ ਆ ਕਿ ਪੁਰਾਣੀ ਜਿਹੜੀ ਆ ਨੋਟਾਂ ਦੀ ਤੇ ਸਿੱਕਿਆਂ ਦੀ ਹਿਸਟਰੀ ਸੰਭਾਲੀ ਜਾ ਸਕੇ? ਕਿਤੇ ਕੋਈ ਹੈ ਵੱਡੀ ਕੋਈ ਐਵੇਂ ਦੀ ਗੈਲਰੀ? ਇਸ ਤਰ੍ਹਾਂ ਦੀ ਮੇਰੇ ਜਹਨ 'ਚ ਤਾਂ ਹੈ ਨਹੀਂ ਕੋਈ ਇਸ ਤਰ੍ਹਾਂ ਦੀ, ਲੇਕਿਨ ਮੇਰਾ ਇਹੀ ਹੈ ਵੀ ਮੈਂ ਇਹ ਆਪਣਾ ਜਿਹੜਾ ਰਿਕਾਰਡ ਵਾਲਾ ਇੱਕ ਹੈਗਾ ਮੇਰਾ, ਉਹ ਮੈਂ ਕਰਨਾ ਹੈ ਪੂਰਾ। ਉਸ ਤੋਂ ਬਾਅਦ ਮੈਂ ਇਹ ਕੋਇਨ ਮੇਰੇ ਕੋਲੋਂ ਕੋਈ ਵੀ ਯੂਨੀਵਰਸਿਟੀ ਮੰਗੇਗੀ, ਕੋਈ ਜਿਹੜੀ ਰਿਕਾਰਡ ਰੱਖ ਸਕਦੀ ਹੋਏਗੀ ਜਾਂ ਕੋਈ ਹੋਰ ਅਦਾਰਾ, ਕੋਈ ਮੈਂ ਉਹ ਦੇਣ ਨੂੰ ਤਿਆਰ ਹਾਂ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੀਨੀਅਰ ਪੱਤਰਕਾਰ ਲੇਖਕ ਕੇਵਲ ਸਿੰਘ ਰਾਣਾ। ਇਹਨਾਂ ਦਾ ਕਹਿਣਾ ਕਿ ਉਹ ਜੋ ਇਹਨਾਂ ਨੇ ਮਿਹਨਤ ਕੀਤੀ ਹੈ ਜਾਂ ਸ਼ੌਕ ਪਾਲਿਆ ਕੋਲੋਂ ਖਰਚ ਕਰਕੇ, ਉਹ ਇੱਕ ਹਿਸਟਰੀ ਜਿਹੜੀ ਹੈਗੀ ਆ ਨੋਟਾਂ ਦੀ
ਸਿੱਕਿਆਂ ਦੀ ਇੱਕ ਸੰਭਾਲ ਕੇ ਰੱਖਣਾ ਚਾਹੁੰਦੇ ਆ, ਇਹਨੂੰ ਸਦੀਵੀ ਬਣਾਉਣਾ ਚਾਹੁੰਦੇ ਆ, ਜਿਹਦੇ ਉੱਤੇ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਖੋਜ ਹੋ ਸਕਦੀ ਹੈ। ਇਹਨਾਂ ਨੇ ਖੋਜਾਰਥੀਆਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਹੈ, ਉਹਨਾਂ ਅਦਾਰਿਆਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਜਿਹੜੇ ਇਹਨਾਂ ਨੋਟਾਂ ਜਾਂ ਸਿੱਕਿਆਂ 'ਤੇ ਕੋਈ ਖੋਜ ਕਰਵਾਉਣੀ ਚਾਹੁੰਦੇ ਹੋਣ। ਇਹਨਾਂ ਨੇ ਇਹ ਵੀ ਕਿਹਾ ਕਿ ਮੈਂ ਭੇਟਾਂ ਦੇ ਤੌਰ 'ਤੇ ਸਦੀਵੀ ਬਣਾਉਣ ਲਈ ਦੇ ਦੇਵਾਂਗਾ। ਇਹ ਨਹੀਂ ਕਿ ਮੇਰੀ ਨਿੱਜੀ ਹੈ, ਕਿਉਂਕਿ ਇਹਨਾਂ ਨੇ ਸਮਾਜ ਤੋਂ ਲਿਆ, ਸਮਾਜ ਨੂੰ ਇਹ ਬਹੁਤ ਸਾਰਾ ਕੁਝ ਦੇਣਾ ਚਾਹੁੰਦੇ ਆ। ਤੁਸੀਂ ਇਹਨਾਂ ਦੇ ਸਾਹਿਤਕ ਪੱਖ ਵਾਲੀਆਂ ਗੱਲਾਂ ਵੀ ਸੁਣੀਆਂ ਤੇ ਸ਼ੌਕ ਵੀ ਇਹਨਾਂ ਦਾ ਜੋ ਹੈ ਤੁਸੀਂ ਦੇਖਿਆ। ਦੇਖਦੇ ਹਾਂ ਕੇਵਲ ਰਾਣਾ ਜੀ ਹੋਰ ਆਪਣੀ ਮਿਹਨਤ ਨਾਲ ਕਿਸ ਮੁਕਾਮ ਤੇ ਪਹੁੰਚਦੇ ਨੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, SS ਨਗਰ, ਮੋਹਾਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।